दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाय। सतनाम श्री वाहेगुरु साहेब जीओ। आषाढ़ तपंदा तिस लगै, हर ना हो ना जिना पास। जग जीवन पुरख त्याग कै, मानस संदे आस। आषाढ़ तपंदा तिस लगै, हर ना हो ना जिना पास। जग जीवन पुरख त्याग कै, मानस संदे आस। दुया पाए वे गुचिया, गल पै सो जम के फास। जेहा बिजय सो लुणै, मथा जो लिख्यास। रैण विहाणे पछताणे, उठ चले गए निरास। जिनको साधु भेटिया, सो दरगह होए खलास। कर कृपा प्रभु अपने, तेरे दर्शन होए प्यास। प्रभु तुद बिन दूजा को नहे, नानक के अरदास। आषाढ़ सुहंदा तिस लगै, जिस मन हर चरण निवास। प्रभु तुद बिन दूजा को नहे, नानक के अरदास। आषाढ़ सुहंदा तिस लगै, जिस मन हर चरण निवास। वाहेगुरु जी का खालसा, वाहेगुरु जी के फतेह। सच्चे पातशाह दीना बंधु गुरता गद्दी विराजमान, शब्द अवतार 10 पातशाहियां दे आत्मक स्वरूप धन साहिब श्री गुरु ग्रंथ साहिब जी महाराज हजूर दी अनुकंपा सदका आप जी सतसंगत विच बैठ करके अपने सवासां नूं सफल कर रहे हो। सच्चे पातशाह जी दे महान तखत सचखंड श्री हजूर श्री अबचल नगर साहिब विखे आप जी नूं दर्शन दीदारियां दा ये सुभाग समा प्राप्त होया है। सतसंगी बड़े प्यार नाल सच्चे पातशाह जी दा उपदेश सरवण करन वास्ते सज बैठे हैं।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਉਪਦੇਸ਼ ਨੂੰ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਜੀ। ਆਸਾੜ ਤਪੰਦਾ ਤਿਸ ਲੱਗੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਗਰੀਖਮ ਰੁੱਤ ਦਾ ਮਹਾਰਾਜ ਜੀ ਦੂਸਰਾ ਮਹੀਨਾ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ। ਕੱਲ ਜੇਠ ਦੇ ਮਹੀਨੇ ਦੀ ਕਥਾ ਆਈ ਸੀਗੀ। ਇਹ ਗਰਮੀ ਦੀ ਰੁੱਤ ਦੇ ਦੋਵੇਂ ਮਹੀਨੇ ਹਨ ਜੋ ਮਹਾਰਾਜ ਜੀ ਨੇ ਆਖਿਆ ਕਿ ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜਾ ਕਾਮ ਜੀਓ। ਇਹ ਤਪਸ਼ ਵਾਲੀ ਰੁੱਤ ਵੈ, ਗਾਖੜੀ ਹੈ, ਔਖੀ ਹੈ। ਸੱਚੇ ਪਾਤਸ਼ਾਹ ਜੀ ਨੇ ਜੇਠ ਦੇ ਮਹੀਨੇ ਵਿੱਚ ਸਿੱਖਿਆ ਦਿੱਤੀ ਸੀਗੀ ਕਿ ਭਾਈ ਪਰਮੇਸ਼ਰ ਦੇ ਅੱਗੇ ਨਿਉ ਜਾਈਏ, ਵਾਹਿਗੁਰੂ ਨੂੰ ਧਿਆਨ ਵਿੱਚ ਆਰਾਧੀਏ, ਜਿਸ ਦੇ ਅੱਗੇ ਸਾਰੇ ਨਿਆਉਂਦੇ ਹੈ, ਸਾਰੇ ਝੁਕਦੇ ਹੈ। ਜੇ ਉਸ ਨੂੰ ਮਿਲਣਾ ਚਾਹੁੰਦੇ ਆ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਪਰਮੇਸ਼ਰ ਦੇ ਅੱਗੇ ਡੰਡੌਤ ਕਰੀਏ, ਬੰਦਨਾ ਕਰੀਏ। हे ਮਹਾਰਾਜ ਤੂੰ ਸਰਬ ਕਲਾ ਸਮਰੱਥ ਹੈ। ਮਹਾਰਾਜ ਮੈਂ ਅਲਪੱਗ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣਾ ਮਹਾਰਾਜ ਮੈਨੂੰ ਗਿਆਨ ਪ੍ਰਦਾਨ ਕਰੋ, ਜਿਸ ਕਰਕੇ ਮਹਾਰਾਜ ਮੇਰੀ ਅਲਪੱਗਤਾ ਨਾਸ਼ ਹੋਵੇ ਅਤੇ ਆਪ ਦੇ ਸਰੂਪ ਵਿੱਚ ਮੈਂ ਅਭੇਦਤਾ ਪਾ ਸਕਾਂ। ਸੱਚੇ ਪਾਤਸ਼ਾਹ ਜੀ ਅੱਜ ਇਹ ਹਾੜ ਦਾ ਮਹੀਨਾ ਜੋ ਸਤਿਗੁਰੂ ਜੀ ਉਪਦੇਸ਼ ਦੁਆਰਾ ਲੜੀਵਾਰ ਕਥਾ ਵਿੱਚ ਬਖਸ਼ਿਸ਼ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਆਸਾੜ ਤਪੰਦਾ ਤਿਸ ਲੱਗੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਸਿੱਖੋ ਇਹ ਹਾੜ ਦਾ ਮਹੀਨਾ ਜਿਹੜਾ ਨਾ ਮਹਾਰਾਜ ਜੀ ਨੇ ਇਹਨੂੰ ਆਸਾੜ ਲਿਖਿਆ ਹੈ। ਸਾਧ ਸੰਗਤ ਜੀ ਇਹ ਬੜਾ ਤਪਸ਼ ਵਾਲਾ ਮਹੀਨਾ ਹੈ, ਬਹੁਤ ਜ਼ਿਆਦਾ ਤਪਦਾ ਤੇ ਸਤਿਗੁਰੂ ਜੀ ਕਹਿੰਦੇ ਤਪਦਾ ਹੋਇਆ ਬਹੁਤ ਗਰਮੀ ਦੇ ਸਹਿਤ ਭਾਈ ਤਿਸ ਨੂੰ ਲੱਗਦਾ ਹੈ। ਕਿਹਨੂੰ ਲੱਗਦਾ? ਆਪਾਂ ਕਿੰਨੇ ਅੱਜ ਸਾਧਨ ਨੇ ਗਰਮੀ ਤੋਂ ਬਚਣ ਦੇ, ਏਅਰ ਕੰਡੀਸ਼ਨ ਹਨ, ਪੱਖੇ ਹਨ, ਹੋਰ ਕਿੰਨੇ ਸਾਧਨ ਨੇ ਗਰਮੀ ਤੋਂ ਬਚਣ ਵਾਸਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੇ ਵਕਤ ਵਿੱਚ ਰਾਜੇ ਮਹਾਰਾਜਿਆਂ ਨੇ ਬੜੇ ਜਿਹੜੇ ਸੀ ਤਹਿਖਾਨੇ ਬਣਾਏ ਹੁੰਦੇ ਸੀ, ਬੜੇ ਠੰਡੇ ਹੁੰਦੇ ਸੀ। ਫਿਰ ਸ਼ੇਰੇ ਪੰਜਾਬ ਜੀ ਦੀਆਂ ਆਰਾਮਗਾਹਾਂ ਗਰਮੀ ਦੀਆਂ ਹੋਰ ਹੁੰਦੀਆਂ ਸੀ, ਸਰਦੀਆਂ ਦੀਆਂ ਹੋਰ ਹੁੰਦੀਆਂ ਸੀ। ਗਰਮੀਆਂ ਦੀਆਂ ਮਹਾਰਾਜੇ ਦੀਆਂ ਆਰਾਮਗਾਹਾਂ ਸਾਧ ਸੰਗਤ ਜੀ ਇੰਨੀਆਂ ਰੁੱਤ ਦੇ ਅਨੁਕੂਲ ਨੇ ਕਿ ਅੰਦਰ ਖਲੋਤਿਆਂ ਹੋਇਆਂ ਸ਼ਿਮਲੇ ਵਰਗੀ ਹਵਾ ਪ੍ਰਤੀਤ ਹੁੰਦੀ ਹੈ। ਇਹੋ ਜਿਹੀਆਂ ਹਵਾਵਾਂ ਖਹਿੰਦੀਆਂ, ਫਿਰ ਉਹਨਾਂ ਪਾਣੀ ਦੀਆਂ ਚਿੱਕਾਂ ਜਿਹੜੀਆਂ ਸੀ ਉਹ ਲਟਕਾਈਆਂ ਹੁੰਦੀਆਂ, ਉਹਨਾਂ ਨੂੰ ਹਵਾ ਖਹਿ ਕੇ ਅੰਦਰ ਆਉਂਦੀ। ਤੇ ਅੱਜ ਕੱਲ੍ਹ ਦੇ ਤੇ ਏਸੀਆਂ ਨੂੰ ਵੀ ਪਰਾਂ ਕਰਦੇ ਉਹੋ ਜਿਹੇ ਰੁੱਤ ਦੇ ਅਨੁਕੂਲ ਬਣੇ ਹੋਏ ਮਹਿਲ ਨੁਮਾਨ ਜਿਹੜੀਆਂ ਹਵੇਲੀਆਂ ਸੀਗੀਆਂ। ਪਰ ਸਤਿਗੁਰੂ ਜੀ ਸਾਨੂੰ ਇਹ ਹਾੜ ਦੇ ਮਹੀਨੇ ਦੀ
ਤਪਸ਼ ਤੋਂ ਬਚਣ ਦਾ ਕੀ ਸਾਧਨ ਦੱਸਦੇ ਐ। ਮਹਾਰਾਜ ਕਹਿੰਦੇ ਭਾਈ ਕਿੰਨੇ ਏਅਰ ਕੰਡੀਸ਼ਨ ਲਾ ਲਏ, ਕਿੰਨੇ ਕੂਲਰ ਲਾ ਲਏ, ਕਿੰਨੇ ਪੱਖੇ ਲਾ ਲਏ, ਪਰ ਹਾੜ ਦਾ ਮਹੀਨਾ ਤਾਂ ਫਿਰ ਵੀ ਮਹਾਰਾਜ ਕਹਿੰਦੇ ਤਪ ਲਾਉਂਦਾ ਹੀ ਹੈ। ਮਹਾਰਾਜ ਕਹਿੰਦੇ ਭਾਈ ਆਸਾੜ ਤਪੰਦਾ ਤਿਸ ਲੱਗਾ, ਤਿਸ ਦੇ ਤਾਈਂ ਲੱਗਦਾ ਹੀ ਰਹਿੰਦਾ। ਹਾੜ ਦਾ ਮਹੀਨਾ ਬਹੁਤ ਗਰਮੀ ਵਾਲਾ। ਹਰ ਨਾ ਹੋ ਨਾ ਜਿਨਾ ਪਾਸ, ਜਿਨ੍ਹਾਂ ਦੇ ਪਾਸ ਮਹਾਰਾਜ ਕਹਿੰਦੇ ਮੇਰੇ ਮਾਲਕ ਵਾਹਿਗੁਰੂ ਦਾ ਨਾਮ ਨਹੀਂ ਨਾ ਹੈ, ਉਹ ਸਾਧ ਸੰਗਤ ਜੀ ਕਿੰਨੇ ਬਰਫੀਲੇ ਮਕਾਨਾਂ ਵਿੱਚ ਵੀ, ਮਹਿਲ ਨੁਮਾ ਮਕਾਨਾਂ ਵਿੱਚ ਵੀ ਜਿਹੜੇ ਰੁੱਤ ਦੇ ਅਨੁਕੂਲ ਬੜੇ ਹੋਣ ਤੇ ਬੜੇ ਜ਼ਿਆਦਾ ਯਤਨ ਕਰ ਲਵੇ, ਪਰ ਸਤਿਗੁਰੂ ਜੀ ਕਹਿੰਦੇ ਨੇ ਪਰ ਤਾਂ ਵੀ ਉਹਨੂੰ ਹਾੜ ਦਾ ਮਹੀਨਾ ਤਪ ਲਾਉਂਦਾ ਹੀ ਰਹਿੰਦਾ ਹੈ। ਕਿਉਂ ਲਾਉਂਦਾ ਰਹਿੰਦਾ ਹੈ? ਹਜੂਰ ਕਹਿੰਦੇ ਹਰ ਨਾਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਮੇਰੇ ਵਾਹਿਗੁਰੂ ਦਾ ਨਾਮ ਨਹੀਂ ਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਇਹ ਤਪਾਉਂਦਾ ਹੀ ਰਹਿੰਦਾ ਹੈ, ਗਰਮੀ ਉਹਨਾਂ ਨੂੰ ਸਦਾ ਹੀ ਚੜ੍ਹਦੀ ਰਹਿੰਦੀ ਹੈ। ਇਹ ਸਾਧ ਸੰਗਤ ਜੀ ਵੇਖੋ ਬਾਹਰ ਦੀ ਗਰਮੀ ਦਾ ਪ੍ਰਭਾਵ ਸਰੀਰ ਦੇ ਉੱਤੇ ਜਿਵੇਂ ਬਹੁਤ ਜ਼ਿਆਦਾ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਕੋਲ ਨਾਮ ਦਾ ਸਾਧ ਸੰਗਤ ਜੀ ਰਸ ਆ ਜਾਂਦਾ ਹੈ ਨਾ, ਉਹਨਾਂ ਨੂੰ ਤਾਂ ਅੰਦਰਲੀ ਤਪਸ਼ ਨਹੀਂ ਤੰਗ ਕਰ ਲਈ ਤੇ ਬਾਹਰ ਦੀ ਤਪਸ਼ ਨੇ ਤਾਂ ਫਿਰ ਵਿਆਪਣਾ ਹੀ ਕੀ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਹਾੜ ਦੇ ਮਹੀਨੇ ਨੂੰ ਮਹਾਰਾਜ ਦੱਸਦੇ ਹਨ ਇਸੇ ਪ੍ਰਕਾਰ ਹੀ। ਆਸਾੜ ਤਪੰਦਾ ਤਿਸ ਲੱਗੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਸਾੜ, ਆ ਵਿਸ਼ੇਸ਼ ਕਰਕੇ ਇਹ ਸਾੜਨ ਵਾਲਾ ਤਪ ਲਾਉਣ ਵਾਲਾ ਮਹੀਨਾ। ਮਹਾਰਾਜ ਕਹਿੰਦੇ ਸਾੜ ਕੀ ਪੈਂਦਾ ਹੈ? ਅੰਦਰ ਸਾਧ ਸੰਗਤ ਜੀ ਵਕਾਰਾਂ ਦਾ ਸਾੜ ਪੈਂਦਾ ਹੈ। ਅੰਦਰ ਜਿਹੜਾ ਹੈ ਨਾ ਉਹ ਵਾਸ਼ਨਾਵਾਂ ਦਾ ਸਾੜ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਿੰਨਾਂ ਨੂੰ ਭਾਈ ਇਹ ਜਿਹੜਾ ਨਾ ਵਾਸ਼ਨਾ ਦਾ ਵਕਾਰਾਂ ਦਾ ਸਾੜ ਜਿਹੜਾ ਹੈ ਇਹ ਪੈਂਦਾ ਹੀ ਰਹਿੰਦਾ ਹੈ। ਉਹਨਾਂ ਨੂੰ ਇਹ ਪੱਖ ਲੱਗਦੇ ਆ ਫਿਰ ਅੰਦਰੋਂ ਵਾਸ਼ਨਾ ਦੇ। ਸਾਧ ਸੰਗਤ ਜੀ ਬਹੁਤ ਜ਼ਿਆਦਾ ਤਪਾਉਂਦਾ ਹੈ ਇਹ ਮਹੀਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾੜਦੀ ਅੰਦਰ ਵਾਸ਼ਨਾ ਉਹਨਾਂ ਦੇ ਚਿੱਤ ਨੂੰ, ਬਹੁਤ ਜ਼ਿਆਦਾ ਦੁਖੀ ਹੁੰਦੇ ਆ। ਹਰ ਨਾ ਹੋ ਨਾ ਜਿਨਾ ਪਾਸ, ਜਿਨ੍ਹਾਂ ਦੇ ਪਾਸ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਦਾ ਨਾਮ ਨਹੀਂ ਹੈ ਨਾ, ਉਹ ਚਿੱਤ ਸਾਧ ਸੰਗਤ ਜੀ ਭੱਠ ਵਾਂਗ ਬਲਦੇ ਹੀ ਰਹਿੰਦੇ ਆ। ਇਹੋ ਜੀ ਉਹਨਾਂ ਦੀ ਹਾਲਤ ਹੁੰਦੀ ਹੈ। ਵਾਹਿਗੁਰੂ ਦਾ ਨਾਮ ਜਿਹੜਾ ਹੈ ਅੰਦਰੋਂ ਬਾਹਰੋਂ ਠੰਡ ਪਾਉਣ ਵਾਲਾ ਹੈ। ਭਾਵੇਂ ਕਿ ਰੁੱਤ ਦੇ ਮੁਤਾਬਕ ਤਾਂ ਮਹਾਂਪੁਰਸ਼ ਵੀ ਸਾਰੇ ਸਾਧਨ ਵਰਤਦੇ ਹੈ, ਪਰ ਸਾਧ ਸੰਗਤ ਜੀ ਜਿਹੜੇ ਅੱਜ ਕੱਲ੍ਹ ਦੇ ਬਣਾਏ ਹੋਏ ਸਾਧਨ ਹੈ ਨਾ ਉਹ ਸਰੀਰ ਨੂੰ ਰੋਗੀ ਜ਼ਿਆਦਾ ਕਰਦੇ ਹੈ। ਆਕਸੀਜਨ ਕਹਿੰਦੇ ਆ ਉਨੀ ਨਹੀਂ ਮਿਲਦੀ। ਜੇ ਬਾਹਲਾ ਕੋਈ ਸਰੀਰਕ ਆਰਾਮ ਕਰਕੇ ਏਅਰ ਕੰਡੀਸ਼ਨ ਥੱਲੇ ਹੀ ਰਵੇ ਨਾ ਉਹ ਬਿਮਾਰ ਹੋ ਜਾਂਦਾ ਬਹੁਤ ਜਲਦੀ। ਇਹਦੀ ਹਵਾ ਜਿਹੜੀ ਆ ਉਹ ਸਿਹਤ ਵਾਸਤੇ ਜਿਹੜੀ ਉਹ ਚੰਗੀ ਨਹੀਂ ਮੰਨੀ ਜਾਂਦੀ। ਬੜੇ ਜ਼ਿਆਦਾ ਲੋਕ ਯਤਨ ਕਰਦੇ ਹੈ, ਉਹਨਾਂ ਦੀ ਤਾਂ ਵੀ ਗਰਮੀ ਦੂਰ ਨਹੀਂ ਹੁੰਦੀ। ਰੱਬ ਦੇ ਪਿਆਰੇ ਸਾਦਗੀ ਵਿੱਚ ਰਹਿੰਦੇ ਹੈ, ਚਾਹੇ ਉਹ ਇਹਨਾਂ ਸਾਧਨਾਂ ਨੂੰ ਵਰਤਦੇ ਹੈ ਚਾਹੇ ਨਹੀਂ ਵਰਤਦੇ, ਪਰ ਮਹਾਰਾਜ ਕਹਿੰਦੇ ਉਹਨਾਂ ਦੀ ਤੇ ਅੰਦਰ ਵਕਾਰਾਂ ਦੀ ਤਪਸ਼ ਵਾਹਿਗੁਰੂ ਦਾ ਨਾਮ ਚੱਕ ਦਿੰਦਾ ਹੈ। ਬਾਹਰਲੀ ਤਪਸ਼ ਤਾਂ ਉਹਨਾਂ ਨੂੰ ਗੁਰਸਿੱਖੋ ਵਿਆਪਣੀ ਹੀ ਕੀ ਹੈ। ਇਹ ਜਿਹੜੀ ਹਾੜ ਦੀ ਗਰਮੀ ਹੈ ਨਾ ਜਿਹੜਾ ਬੜਾ ਹੀ ਸਾੜ ਪਾਉਂਦਾ ਹੈ। ਤੇ ਸਾਧ ਸੰਗਤ ਜੀ ਇਹ ਜਦੋਂ ਮਹੀਨਾ ਆਉਂਦਾ ਹੈ ਨਾ ਗਰੀਖਮ ਰੁੱਤ ਆਉਂਦੀ ਹੈ, ਇਹੋ ਜਿਹਾ ਗਰਮੀ ਦਾ ਪ੍ਰਕੋਪ ਵੱਧਦਾ ਹੈ ਕਿ ਜਿਹੜੇ ਤਲਾਬ ਆ ਨਾ ਉਹ ਵੀ ਸੁੱਕ ਜਾਂਦੇ ਆ। ਜਿਹੜੇ ਸਾਧ ਸੰਗਤ ਜੀ ਪਸ਼ੂ ਪੰਛੀ ਹੈ ਉਹ ਵੀ ਠੰਡੀਆਂ ਛਾਵਾਂ ਵੱਲ ਨੂੰ ਦੌੜਦੇ ਹੈ। ਬਹੁਤ ਜ਼ਿਆਦਾ ਪਾਣੀ ਦੇ ਮੁੱਕਣੇ ਕਰਕੇ ਜਿਹੜੇ ਛੋਟੇ ਤਲਾਬ ਹੁੰਦੇ ਹੈ ਫਿਰ ਉੱਥੇ ਸਾਧ ਸੰਗਤ ਜੀ ਕੀ ਹੁੰਦਾ, ਮਛਲੀਆਂ ਜਿਹੜੀਆਂ ਨਾ ਉਹ ਜਲ ਥੋੜ੍ਹਾ ਹੋਣ ਕਰਕੇ ਬਹੁਤ ਜ਼ਿਆਦੀਆਂ ਤੜਫਦੀਆਂ ਹਨ ਤੇ ਰੱਬ ਦੇ ਅੱਗੇ ਪੁਕਾਰ ਕਰਦੀਆਂ ਪਾਣੀ ਵਾਸਤੇ। ਤੇ ਉਹਨਾਂ ਦੇ ਅਲੰਕਾਰ ਲੈ ਕਰਕੇ ਵੀ ਬਾਣੀ ਦੇ ਅੰਦਰ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਿ ਕਬੀਰ ਥੋੜੇ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟ ਸਹਿ ਫਿਰ ਕਰ ਸਮੁੰਦ ਸੰਭਾਲ।
ਉਹ ਮੱਛੀ ਨੂੰ ਸੰਬੋਧਨ ਹੋ ਕਰਕੇ ਕਬੀਰ ਸਾਹਿਬ ਨੇ ਕਿਹਾ ਇਹ ਅਨੁਕਤੀ ਅਲੰਕਾਰ ਹੁੰਦਾ ਹੈ। ਮੱਛੀ ਨੂੰ ਨਹੀਂ ਕਹਿੰਦੇ ਕਬੀਰ ਸਾਹਿਬ ਜੀ, ਸਾਨੂੰ ਕਹਿੰਦੇ ਐ। ਮੱਛੀ ਤਾਂ ਇੱਕ ਸਾਧ ਸੰਗਤ ਜੀ ਪਸ਼ੂ ਹੈ, ਉਹ ਤਾਂ ਉਹਨੂੰ ਕੀ ਸਮਝਣਾ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਬੀਹੇ ਦਾ ਰੱਖ ਕੇ ਪ੍ਰਮਾਣ ਤੇ ਸਿੱਖਿਆ ਦਿੱਤੀ ਨਾ ਕਿ ਭਾਈ ਬਬੀਹਾ ਅੰਮ੍ਰਿਤ ਵੇਲੇ ਬੋਲ ਪੈਂਦਾ ਏ ਤੇ ਭਾਈ ਤੁਸੀਂ ਅੰਮ੍ਰਿਤ ਵੇਲੇ ਕਿਉਂ ਨਹੀਂ ਜਾਗਦੇ। ਮਹਾਰਾਜ ਸਿੱਖਾਂ ਨੇ ਕਿਹਾ ਮਹਾਰਾਜ ਆਪ ਬਬੀਹੇ ਨੂੰ ਕਹਿੰਦੇ ਹੋ। ਮਹਾਰਾਜ ਕਹਿੰਦੇ ਨਾ ਭਾਈ, ਬਬੀਹਾ ਇਹੋ ਜਗਤ ਹੈ, ਇਹ ਜਗਤ ਹੀ ਬਬੀਹਾ ਹੈ। ਤੇ ਨਹੀਂ ਤਾਂ ਮਹਾਰਾਜ ਕਹਿੰਦੇ ਬਬੀਹਾ ਇਹੋ ਪਸ਼ੂ ਹੈ, ਇਸਨੂੰ ਬੂਝਣ ਨਾ ਹੈ। ਇਹਨੂੰ ਕੀ ਸਮਝ ਆਏ, ਤਾਂ ਪਸ਼ੂ ਹੈ। ਮੱਛੀ ਨੂੰ ਸੰਬੋਧਨ ਹੋ ਕਰਕੇ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਥੋੜਾ ਜਲ ਮਾਛਲੀ, ਜਿਹੜੀ ਮਛਲੀ ਹੈ ਨਾ ਉਹ ਸਾਧ ਸੰਗਤ ਜੀ ਥੋੜੇ ਜਲ ਦੇ ਵਿੱਚ ਕੀ ਹੁੰਦਾ ਹੈ ਕਿ ਤੜਫਦੀ ਹੈ, ਬਹੁਤ ਜ਼ਿਆਦਾ ਪਾਣੀ ਵਾਸਤੇ ਯਤਨ ਕਰਦੀ ਹੈ। ਉਹਦਾ ਪ੍ਰਮਾਣ ਇਹ ਹੈ ਕਿ ਜੀਵ ਜਿਨ੍ਹਾਂ ਨੇ ਸਾਧ ਸੰਗਤ ਜੀ ਥੋੜਾ ਜਪ ਤਪ ਕੀਤਾ ਹੁੰਦਾ ਨਾ, ਉਹ ਥੋੜੇ ਜਪ ਤਪ ਰੂਪੀ ਜਲ ਦੇ ਅੰਦਰ ਜਦੋਂ ਅਜੇ ਰੁੱਤ ਸਖਾਵੀਂ ਹੋਵੇ ਤੇ ਉਸ ਜਪ ਤਪ ਨਾਲ ਸ਼ਾਂਤ ਰਹਿੰਦੇ ਉਹਨਾਂ ਦੇ ਚਿੱਤ। ਪਰ ਜਦੋਂ ਰੁੱਤੀ ਤਪਸ਼ ਵਾਲੀ ਆ ਜਾਵੇ, ਇੱਧਰ ਤਪਸ਼ ਵਾਲੀ ਕੀ ਰੁੱਤ ਹੈ, ਸਾੜ ਲਾਉਣ ਵਾਲੇ ਜਦੋਂ ਸਾਧ ਸੰਗਤ ਜੀ ਵਿਕਾਰਾਂ ਦੀ ਬਹੁਬਲਤਾ ਹੋ ਜਾਵੇ, ਜਦੋਂ ਕਿਤੇ ਵਾਸ਼ਨਾਵਾਂ ਸਾਹਮਣੇ ਆ ਜਾਣ ਸੰਸਾਰ ਦੇ ਅੰਦਰ, ਮਾਹੌਲ ਉਹੋ ਜਿਹਾ ਬਣ ਜਾਵੇ ਕਿ ਜਦੋਂ ਕਿ ਵਿਕਾਰਾਂ ਵਿੱਚ ਤਿਲਕ ਜਾਣ ਦਾ ਸਾਧ ਸੰਗਤ ਜੀ ਮੌਕਾ ਬਣ ਜਾਵੇ, ਉਦੋਂ ਕੀ ਹੁੰਦਾ, ਉਹ ਵਿਕਾਰਾਂ ਦੀ ਤਪਸ਼ ਜਿਹੜੀ ਹੈ ਨਾ ਉਹ ਥੋੜੇ ਜਪ ਤਪ ਰੂਪੀ ਜਲ ਨੂੰ ਫਿਰ ਸੋਖ ਦਿੰਦੀ ਹੈ। ਜਪ ਤਪ ਜਿਹੜਾ ਹੈ ਨਾ ਉਹ ਡੋਲ ਜਾਂਦਾ ਫਿਰ, ਤੇ ਜੀਵ ਜਿਹੜੇ ਆ ਉਹ ਸਾਧ ਸੰਗਤ ਜੀ ਡੋਲ ਕਰਕੇ ਫਿਰ ਉਸੇ ਹੀ ਜਿਹੜਾ ਹੈ ਰਸਾਤਲ ਟੋਏ ਦੇ ਅੰਦਰ ਡਿੱਗ ਜਾਂਦੇ ਆ। ਇਸ ਕਰਕੇ ਕਬੀਰ ਸਾਹਿਬ ਮੱਛੀ ਨੂੰ ਸਲਾਹ ਦਿੰਦੇ ਆ, ਮੱਛੀ ਨੂੰ ਸਲਾਹ ਨਹੀਂ ਦਿੰਦੇ, ਸਾਨੂੰ ਸਲਾਹ ਦਿੰਦੇ ਆ ਕਿ ਕਬੀਰ ਥੋੜਾ ਜਰ ਮਾਛਲੀ ਝੀਵਰ ਮੇਲਿਓ ਜਾਲ। ਥੋੜੇ ਜਲ 'ਚ ਮੱਛਲੀ ਸੀਗੀ ਤੇ ਝੀਵਰ ਕਿਹੜਾ ਹੈ, ਇਹ ਜੀਵ ਰੂਪੀ ਮੱਛੀ ਨੂੰ ਕਾਲ ਰੂਪੀ ਝੀਵਰ ਨੇ ਮੌਤ ਰੂਪੀ ਜਾਲ ਪਾ ਲੈਣਾ। ਫਿਰ ਕਹਿੰਦੇ ਨੇ ਮੱਛੀਏ ਇਹ ਟੋਗਨੇ ਨਾ ਛੂਟ ਸੈ, ਤੂੰ ਇਹਨਾਂ ਛੋਟੀਆਂ ਛੋਟੀਆਂ ਛੱਪੜੀਆਂ 'ਚ ਜਿੱਥੇ ਥੋੜਾ ਬਹੁਤਾ ਜਪ ਤਪ ਉੱਥੇ ਤੂੰ ਨਹੀਂ ਛੁੱਟ ਸਕੇਂਗੀ। ਤੈਨੂੰ ਫਿਰ ਕਰ ਸਮੁੰਦ ਸਮਾਲ, ਫਿਰ ਕਰਕੇ ਸਮੁੰਦਰ ਦੀ ਨਿਆਈ ਸਮਰੱਥ ਗੁਰੂ ਦੀ ਭਾਲ ਕਰ ਲੈਣੀ ਚਾਹੀਦੀ ਹੈ। ਪੂਰੇ ਗੁਰੂ ਜੀ ਦੇ ਜੋ ਸਮੁੰਦਰ ਦੀ ਨਿਆਈ ਹਨ ਉਹਨਾਂ ਦੀ ਚਰਨ ਸ਼ਰਨ ਵਿੱਚ ਚਲੇ ਜਾ, ਕਿਉਂਕਿ ਜਦੋਂ ਵਿਕਾਰਾਂ ਦਾ ਸਾੜ ਪੈਂਦਾ ਹੈ ਨਾ ਉਦੋਂ ਥੋੜੇ ਜਪ ਤਪ ਰੂਪੀ ਜਲ ਝਾਟੀ ਸੁੱਖ ਜਾਂਦੇ ਆ। ਫਿਰ ਸਾਧ ਸੰਗਤ ਜੀ ਪੂਰੇ ਗੁਰੂ ਜੀ ਜਦੋਂ ਸਮੁੰਦਰ ਦੀ ਨਿਆਈ ਹੈ ਨਾ ਉੱਥੇ ਨਹੀਂ ਇਹਨਾਂ ਦਾ ਅਸਰ ਪੈਂਦਾ ਵਿਕਾਰਾਂ ਦੇ ਸਾੜ ਦਾ, ਸੱਚੇ ਪਾਤਸ਼ਾਹ ਦੀ ਸ਼ਰਨ ਹੀ ਬਚਾ ਸਕਦੀ ਹੈ। ਤੇ ਜਿਹੜੇ ਇਹ ਟੋਗਨੇ ਆ ਭਾਵ ਛੋਟੀਆਂ ਛੱਪੜੀਆਂ ਉਹ ਪਖੰਡੀ ਗੁਰੂਆਂ ਦੀ ਨਿਆਈ ਹੈ। ਜੇ ਤੂੰ ਸੋਚੇ ਨਾ ਕਿ ਇਹਨਾਂ ਦੇ ਕੋਲ ਮੇਰਾ ਬਚਾਅ ਹੋ ਜਾਏਗਾ, ਇਹ ਮੈਨੂੰ ਵਿਕਾਰਾਂ ਤੋਂ ਔਗਣਾਂ ਤੋਂ ਬਚਾ ਲੈਣਗੇ, ਕਬੀਰ ਸਾਹਿਬ ਜੀ ਕਹਿੰਦੇ ਉਹ ਤਾਂ ਆਪ ਸੜ ਰਹੇ ਆ, ਤੈਨੂੰ ਕਿਵੇਂ ਬਚਾ ਲੈਣਗੇ ਜਦੋਂ ਉਹਨਾਂ ਦਾ ਆਪਦਾ ਹੀ ਜਪ ਤਪ ਰੂਪੀ ਜਲ ਸਾਰਾ ਸੁੱਕ ਗਿਆ। ਤੇ ਭਈ ਉਸ ਟੋਗਨੇ 'ਚ ਰਹਿਣ ਵਾਲਿਆਂ ਦਾ ਕਿਵੇਂ ਬਚਾਅ ਹੋ ਜਾਏਗਾ, ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਨੇ ਆ ਸਾੜ ਤਪੰਦਾ ਤਿਸ ਲੱਗਾ। ਆ ਵਿਸ਼ੇਸ਼ ਕਰਕੇ ਇਹ ਸਾੜਨ ਵਾਲਾ ਮਹੀਨਾ ਮਹਾਰਾਜ ਕਹਿੰਦੇ ਭਾਈ ਪੱਖ ਲਾਉਂਦਾ ਹੈ, ਜਿਹਦੇ ਅੰਦਰ ਕਾਮ ਦਾ ਪੱਖ ਲੱਗਦਾ, ਕ੍ਰੋਧ ਦੇ ਪੱਖ ਲੱਗਦੇ ਆ ਬਹੁਤ ਜ਼ਿਆਦਾ। ਹਜੂਰ ਕਹਿੰਦੇ ਭਾਈ ਉਹਨਾਂ ਨੂੰ ਸਾੜਦਾ ਏ। ਹਰ ਨਾ ਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਮੇਰੇ ਵਾਹਿਗੁਰੂ ਦਾ ਨਾਮ ਨਹੀਂ ਹੈ ਉਹਨਾਂ ਦੀ ਇਹ ਹਾਲਤ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹੁੰਦੀ ਹੈ। ਇਸੇ ਪ੍ਰਕਾਰ ਹੀ ਆਸਾੜ ਤਪੰਦਾ ਤਿਸ ਲੱਗੈ। ਸਾਧ ਸੰਗਤ ਜੀ ਹਾੜ ਦਾ ਮਹੀਨਾ ਜਿਹਦੇ ਵਿੱਚ ਆਸਾ ਰੂਪੀ ਹੜ੍ਹ ਹੀ ਆਇਆ ਹੋਇਆ ਹੈ, ਆਸਾ ਦਾ ਹੀ ਹੜ੍ਹ ਆ ਗਿਆ। ਇੰਨੀ ਜ਼ਿਆਦੀ ਆਸਾ ਹੈ ਨਾ ਜਿਹੜੀ ਉਹ ਸਾਧ ਸੰਗਤ ਜੀ ਜੀਆਂ ਨੂੰ ਤਪਾਉਂਦੀ ਹੈ। ਆਸਾ ਦਾ ਬੱਝਾ ਹੋਇਆ ਜੀਵ ਜਿਵੇਂ ਕਹਿੰਦੇ ਐ 3.5 ਮਣ ਦੇਹੋਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ। ਆਸਾਂ ਦਾ ਬੱਝਾ ਹੋਇਆ ਹੈ। ਜੇ ਆਸ ਨਾ ਹੋਵੇ, ਇੱਛਾ ਨਾ ਰੱਖੇ ਤੇ ਫਿਰ ਸਾਧ ਸੰਗਤ ਜੀ ਜਨਮ ਤੋਂ ਹੀ ਜਿਹੜਾ ਇਹਦਾ ਛੁਟਕਾਰਾ ਹੋ ਜੇ।
ਜਦੋਂ ਜਨਮ ਨਾ ਹੋਇਆ ਮਰਨ ਹੋਣਾ ਹੀ ਕਿੱਥੋਂ ਹੈ। ਇਹ ਆਸਾਂ ਦਾ ਬੱਝਾ ਹੋਇਆ ਆਉਂਦਾ ਹੈ, ਆਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਵਾਸ਼ਨਾ ਇਹਨੂੰ ਨਵਾਂ ਸਰੀਰ ਦੇ ਦਿੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਹਾੜ ਦਾ ਮਹੀਨਾ ਇੰਨਾ ਤਪਸ਼ ਲਾਉਂਦਾ ਹੈ। ਹਾੜ ਕੀ ਹੈ? ਹੜ ਆਇਆ ਹੋਇਆ ਹੈ, ਅੰਦਰ ਜਿਹੜੀਆਂ ਆਸਾਂ ਮੁੱਕਦੀਆਂ ਹੀ ਨਹੀਂ, ਦਰਿਆ ਵਗ ਰਿਹਾ ਹੈ। ਇੱਕ ਪੂਰੀ ਹੁੰਦੀ ਹੈ, ਦੋ ਹੋਰ ਉੱਠਦੀਆਂ, ਦੋ ਪੂਰੀਆਂ ਹੁੰਦੀਆਂ, ਚਾਰ ਹੋਰ ਉੱਠਦੀਆਂ ਹਨ। ਦੀਰਘ ਕਾਲ ਤੱਕ ਆਸਾ ਜਿਹੜੀ ਆ ਉਹ ਤਪਾਉਂਦੀ ਰਹਿੰਦੀ ਹੈ। ਜੀਵ ਰੱਜਦਾ ਹੀ ਨਹੀਂ ਹੈ, ਸੰਤੋਖ ਆਉਂਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਇਹ ਤਪਸ਼ ਜਿਹੜੀ ਹੈ ਨਾ ਆਸਾ ਦੀ ਲੱਗੀ ਹੀ ਰਹਿੰਦੀ ਹੈ। ਉਹਨਾਂ ਦੇ ਅੰਦਰ ਆਸਾ ਦਾ ਦਰਿਆ ਜਿਹੜਾ ਨਾ ਹੜ ਵਗਦਾ ਹੈ। ਇਹ ਪੱਖ ਕੀ ਲਾਉਂਦਾ ਹੈ ਸਾਧ ਸੰਗਤ ਜੀ? ਤ੍ਰਿਸ਼ਨਾ ਦੇ ਪੱਖ ਲੱਗਦੇ ਹੈ। ਆਸਾ ਕਰਨ ਵਾਲੇ ਮਨੁੱਖ ਦੀ ਸਾਧ ਸੰਗਤ ਜੀ ਤ੍ਰਿਸ਼ਨਾ ਨਹੀਂ ਮਰਦੀ ਹੈ। ਇਹ ਤ੍ਰਿਸ਼ਨਾ ਸਾੜਦੀ ਹੈ ਬਹੁਤ ਜ਼ਿਆਦਾ, ਅੰਦਰੋਂ ਸ਼ੁਭ ਗੁਣਾਂ ਨੂੰ ਸੋਖਦੀ ਹੈ। ਜਿਨ ਮਨ ਵਿੱਚ ਆਸ ਕੀਤੀ ਹੋਵੇ ਤੇ ਜਦੋਂ ਉਹਦੀ ਪੂਰਤੀ ਦਾ ਸਮਾਂ ਆਉਂਦਾ ਉਹ ਪਰਉਪਕਾਰ ਥੋੜ੍ਹੋ ਕਰ ਸਕਦਾ। ਕਹਿੰਦਾ ਮੈਂ ਇੰਨੇ ਚਿਰ ਦੀ ਆਸਾ ਲਾਈ, ਹੁਣ ਤਾਂ ਪੂਰੀ ਕਰੂੰਗਾ। ਇਸ ਤਰ੍ਹਾਂ ਇਹ ਆਸਾ ਮੁੱਕਦੀ ਨਹੀਂ ਜੀਵ ਦੀ, ਤ੍ਰਿਸ਼ਨਾ ਦੇ ਪੱਖ ਅੰਦਰ ਲੱਗਦੇ ਰਹਿੰਦੇ ਹਨ। ਹਰ ਨਾ ਹੋ ਨਾ ਜਿਨਾ ਪਾਸ, ਜਿਸ ਦੇ ਪਾਸ ਵਾਹਿਗੁਰੂ ਦਾ ਨਾਮ ਨਹੀਂ ਉਹ ਸਾਧ ਸੰਗਤ ਜੀ ਇਹੋ ਜੀਆਂ ਆਸਾਂ ਦੇ ਅੰਦਰ ਹੀ ਸੜਦੇ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਹੀ ਆ ਜਿਹੜਾ ਅੰਦਰੋਂ ਤੇ ਬਾਹਰੋਂ ਸ਼ੀਤਲਤਾਈ ਬਖਸ਼ਿਸ਼ ਕਰਦਾ ਹੈ। ਸਾਧ ਸੰਗਤ ਜੀ ਜਿਵੇਂ ਗਰਮੀ ਜਦੋਂ ਵੱਧਦੀ ਹੈ ਨਾ, ਹੌਲੀ 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 ਫਿਰ ਇਹਦਾ ਪ੍ਰਕੋਪ ਸਿਖਰ ਤੇ ਜਾਂਦਾ ਹੈ। ਰੁੱਤ ਦੇ ਤਬਦੀਲ ਹੋਣ ਨਾਲ ਫਿਰ ਹੌਲੀ 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 ਘਟਦੀ ਹੈ। ਇਹ ਮਹਾਰਾਜ ਰੁੱਤ ਦਿਖਾਉਂਦੇ ਆ ਕਿ ਇਹ ਕਲਯੁਗ ਦੇ ਅੰਦਰ ਤਪਸ਼ ਦੀ ਰੁੱਤ ਹੈ। ਕਲਯੁਗ ਦੇ ਅੰਦਰ ਇਹੋ ਜੀ ਤਪਾਉਣ ਵਾਲੀ ਰੁੱਤ ਹੈ। ਜਿਵੇਂ ਸਾਧ ਸੰਗਤ ਜੀ ਜ਼ਹਿਰੀਲੇ ਸੱਪ ਹੁੰਦੇ ਨਾ, ਜਦੋਂ ਜ਼ਹਿਰ ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ ਤਿਵੇਂ ਜ਼ਹਿਰ ਵੱਧਦੀ ਹੈ। ਤੇ ਜੇ ਉਪਚਾਰ ਨਾ ਕੋਈ ਹੋਵੇ ਤੇ ਫਿਰ ਜ਼ਹਿਰ ਵੱਧਦੀ ਚਲੀ ਜਾਂਦੀ ਹੈ ਤੇ ਇੰਨੀ ਵੱਧ ਜਾਂਦੀ ਹੈ ਕਹਿੰਦੇ ਏਡੇ ਜ਼ਹਿਰੀਲੇ ਸੱਪ ਹੋ ਜਾਂਦੇ ਵੱਡੀ ਉਮਰ ਵਾਲੇ, ਫੂਕ ਮਾਰ ਕੇ ਸਾੜ ਦਿੰਦੇ ਆ। ਡੰਗ ਤਾਂ ਮਾਰਨਾ ਦੂਰ, ਫੂਕ ਮਾਰ ਕੇ ਹੀ ਛਾਲੇ ਪਾ ਦਿੰਦੇ ਆ। ਇਸ ਤਰ੍ਹਾਂ ਦੇ ਜ਼ਹਿਰੀਲੇ ਹੋ ਜਾਂਦੇ ਆ। ਤੇ ਕਈਆਂ ਦਾ ਤਾਂ ਡੰਗ ਵੱਜਿਆ ਉਸੇ ਵੇਲੇ ਹੀ ਮਨੁੱਖ ਜਿਹੜਾ ਉਹ ਫੁੜਕ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਅੰਦਰ ਜਿਹੜੀ ਵਕਾਰਾਂ ਦੀ ਤਪਸ਼ ਹੈ ਨਾ, ਇਹਦੇ ਨਿਵਰਤ ਕਰਨ ਵਾਸਤੇ ਤੂੰ ਨਾਮ ਦੀ ਦਵਾਈ ਲੈ, ਕਿਉਂਕਿ ਇਹ ਕਲਯੁਗ ਦੇ ਅੰਦਰ ਬਹੁਤ ਜ਼ਿਆਦੀ ਤਪਸ਼ ਵਾਲੀ ਰੁੱਤ ਹੈ। ਬਲਿਆ ਹੀ ਪਿਆ ਕਲਯੁਗ, ਬਹੁਤ ਜ਼ਿਆਦਾ ਸਾਧ ਸੰਗਤ ਜੀ ਲੋਕ ਵਿਆਕੁਲ ਨੇ, ਦੁਖੀ ਨੇ, ਕਾਮ ਨਾਲ ਵਾਸ਼ਨਾ ਨਾਲ ਪੀੜਤ ਹਨ। ਕੋਈ ਕ੍ਰੋਧ ਨਾਲ ਪੀੜਤ ਹੈ, ਕੋਈ ਲੋਭ ਨਾਲ ਪੀੜਤ ਹੈ, ਬਹੁਤ ਜ਼ਿਆਦਾ ਦੁਖੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜੇ ਤੂੰ ਨਾਮ ਦੇ ਰਸ ਨੂੰ ਚਖੇਂਗਾ ਨਾ, ਕੀ ਹੋਵੇਗਾ? ਜਿਵੇਂ ਸਾਧ ਸੰਗਤ ਜੀ ਹੌਲੀ ਹੌਲੀ ਫਿਰ ਦਵਾਈ ਦੇ ਚਖਣ ਦੇ ਨਾਲ ਕੀ ਹੁੰਦਾ ਹੈ ਕਿ ਰੋਗ ਹਟਦਾ ਹੈ। ਮਹਾਰਾਜ ਕਹਿੰਦੇ ਨਾਮ ਦਾ ਰਸ ਚਖਦਾ ਰਹੇਗਾ ਤੇ ਹੌਲੀ ਹੌਲੀ ਤੇਰੇ ਅੰਦਰੋਂ ਇਹ ਤਪਸ਼ ਘਟਣ ਲੱਗ ਪਵੇਗੀ। ਇਹੋ ਜੀ ਘਟਦੀ ਘਟਦੀ ਇੱਕ ਦਿਨ ਤੇਰੇ ਅੰਦਰੋਂ ਇਹਦਾ ਸੇਕ ਲੱਗਣੋਂ ਹਟ ਜਾਏਗਾ। ਜਦੋਂ ਸੇਕ ਹਟਿਆ ਠੰਡਕ ਆਪੇ ਹੀ ਤੂੰ ਮਹਿਸੂਸ ਕਰਨ ਲੱਗ ਜਾਣੀ ਹੈ। ਜਦੋਂ ਗਰਮੀ ਦਾ ਪ੍ਰਕੋਪ ਹਟਦਾ ਹੈ ਨਾ, ਜੀਵ ਆਪੇ ਹੀ ਸੀਤਲਤਾਈ ਮਹਿਸੂਸ ਕਰਦਾ ਹੈ। ਪਰ ਉਹਦੀ ਦਵਾਈ ਇਹ ਹੈ ਕਿ ਨਿਤ ਉੱਠ ਕਰਕੇ ਨਾਮ ਦੇ ਰਸ ਨੂੰ ਚਖਣਾ। ਜੇ ਸਤਿਗੁਰੂ ਜੀ ਦਾ ਵੀ ਆਪਾਂ ਜੀਵਨ ਵੇਖੀਏ ਤੇ ਭੱਟ ਕਹਿੰਦੇ ਨੇ ਨਾਮ ਨਾਵਣ, ਨਾਮ ਰਸ ਖਾਣ, ਅਰ ਭੋਜਨ ਨਾਮ ਰਸ, ਸਦਾ ਚਾਏ ਮੁਖ ਮਿਸ਼ਟ ਬਾਣੀ। ਸੱਚੇ ਪਾਤਸ਼ਾਹ ਆਪ ਜੀ ਇਸ਼ਨਾਨ ਵੀ ਨਾਮ ਦਾ ਹੀ ਕਰਦੇ ਹੋ। ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਜਸ ਭੱਟਾਂ ਨੇ ਕੀਤਾ ਹੈ। ਆਖਿਆ ਮਹਾਰਾਜ ਨਾਮ ਨਾਵਣ, ਨਾਮ ਰਸ ਖਾਣ। ਸੱਚੇ ਪਾਤਸ਼ਾਹ ਆਪ ਨਾਮ ਦਾ ਹੀ ਰਸ ਚੱਖਦੇ ਹੋ। ਅਰ ਭੋਜਨ ਨਾਮ ਰਸ, ਮਹਾਰਾਜ ਭੋਜਨ ਵੀ ਜਿਹੜਾ ਤੁਹਾਡਾ ਲੰਗਰ ਵਰਤਦਾ ਨਾ, ਉਹਦੇ ਚ ਨਾਮ ਦਾ ਹੀ ਰਸ ਵਰਤ ਰਿਹਾ। ਤਾਈਆਂ ਤਾਂ ਅਕਬਰ ਨੇ ਕਿਹਾ ਸੀ ਮਹਾਰਾਜ ਇਹਦੇ ਚ ਕੀ ਪਾਉਨੇ ਹੋ, ਇੰਨਾ ਸਵਾਦ ਆਇਆ ਮੈਨੂੰ, ਮੈਂ 36 ਪ੍ਰਕਾਰ ਦੇ ਪਦਾਰਥ ਖਾਣਾ ਤਾਂ ਨਹੀਂ ਇੰਨਾ ਰਸ ਆਇਆ, ਕਿਉਂਕਿ ਉਹ ਭੋਜਨ ਨਾਮ ਰਸ ਵਿੱਚ ਸਾਧ ਸੰਗਤ ਜੀ ਸਨਿਗਧ ਹੈ।
ਸੱਚੇ ਪਾਤਸ਼ਾਹ ਜੀ ਮਹਾਰਾਜ ਸਦਾ ਚਾਹੇ ਮੁਖ ਮਿਸ਼ਟ ਬਾਣੀ, ਸਦਾ ਮਹਾਰਾਜ ਦੇ ਅੰਦਰ ਚਾਹ ਹੈ ਗਰੀਬ ਨਵਾਜ ਦੇ, ਉਤਸ਼ਾਹ ਭਰਿਆ ਰਹਿੰਦਾ ਹੈ ਜੀਆਂ ਨੂੰ ਮੁਕਤ ਕਰਨ ਵਾਸਤੇ। ਹਜੂਰ ਜਦੋਂ ਮੁਖ ਤੋਂ ਬੋਲਦੇ ਆ ਨਾ ਤੇ ਮਹਾਰਾਜ ਮਿੱਠਾ ਬੋਲ ਬੋਲਦੇ ਆਪਣੀ ਰਸਨਾ ਤੋਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੀ ਰਸਨਾ ਤੋਂ ਬਚਨ ਕਰਦੇ ਐ, ਸੁਣਨ ਵਾਲਿਆਂ ਦੇ ਕੰਡੇ ਹੇੜੇ ਦੀ ਸ਼ਬਦ ਦੀ ਆਵਾਜ਼ ਸੁਣ ਜਿਵੇਂ ਹਿਰਨ ਮਸਤ ਹੋ ਜਾਂਦੇ ਐ, ਇਵੇਂ ਗੁਰਸਿੱਖਾਂ ਦੇ ਚਿੱਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਪਦੇਸ਼ ਸੁਣਨ ਵਾਸਤੇ ਮਸਤੀ ਵਿੱਚ ਆ ਜਾਂਦੇ ਐ, ਕਿਉਂਕਿ ਨਾਮ ਦਾ ਰਸ ਹਜੂਰ ਦੀ ਰਸਨਾ ਤੋਂ ਨਿਕਲਦੇ ਹੋਏ ਬੋਲਾਂ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਨਾਮ ਦਾ ਰਸ ਚਖੋਗੇ, ਨਾਮ ਦੇ ਰਸ ਦਾ ਭੋਜਨ ਕਰੋਗੇ, ਨਾਮ ਦਾ ਹੀ ਇਸ਼ਨਾਨ ਕਰੋਗੇ। ਫਿਰ ਪੁੱਛਦੇ ਆ ਜੀ ਨਾਮ ਦਾ ਇਸ਼ਨਾਨ ਕਿਵੇਂ ਹੁੰਦਾ ਹੈ? ਸਾਧ ਸੰਗਤ ਜੀ, ਇੱਕ ਤਾਂ ਇਸ਼ਨਾਨ ਆਪਾਂ ਜਲ ਨਾਲ ਕਰਦੇ ਆ ਜਿਹੜਾ ਸਰੀਰ ਦੀ ਸੁੱਧੀ ਕਰਦਾ ਹੈ, ਪਰ ਜਦੋਂ ਅਸੀਂ ਧਿਆਨ ਜੋੜ ਕਰਕੇ ਨਾਮ ਜਪਦੇ ਆ ਨਾ ਅੰਮ੍ਰਿਤ ਵੇਲੇ ਕੀਤੇ ਹੋਏ ਇਸ਼ਨਾਨ ਤੋਂ ਬਾਅਦ, ਇਹ ਫਿਰ ਮਨ ਦਾ ਇਸ਼ਨਾਨ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਦਾ ਨਾਮ ਜਲ ਜਿਹੜਾ ਹੈ ਸਾਡੇ ਅੰਦਰ ਦੇ ਪਾਪਾਂ ਦੀ ਮੈਲ ਨੂੰ ਧੋਂਦਾ ਹੈ। ਜਿਹੜੀ ਅੰਦਰ ਤਪਸ਼ ਲੱਗ ਰਹੀ ਹੈ ਨਾ, ਆਸਾ ਕਰਕੇ ਵਕਾਰਾਂ ਕਰਕੇ ਬਹੁਤ ਸੇਕ ਪੈ ਰਿਹਾ ਹੈ, ਉਸ ਸੇਕ ਨੂੰ ਇਹ ਜਲ ਨਿਵਰਤ ਕਰਦਾ ਹੈ। ਫਿਰ ਬਾਹਰਲਾ ਜਲ ਤਾਂ ਸਰੀਰ ਦੀ ਸੁੱਧੀ ਕਰ ਦਿੰਦਾ ਹੈ, ਪਰ ਅੰਦਰਲੀ ਸੁੱਧੀ ਸਾਧ ਸੰਗਤ ਜੀ ਮਹਾਰਾਜ ਦਾ ਨਾਮ ਜਲ ਕਰਦਾ ਹੈ। ਇਸ ਕਰਕੇ ਸਤਿਗੁਰਾਂ ਜੀ ਨੇ ਸਾਨੂੰ ਇਹ ਆਗਿਆ ਕੀਤੀ ਹੈ, ਗੁਰਸਿੱਖੋ ਨਾਮ ਜਲ ਨਾਲ ਹੀ ਇਸ਼ਨਾਨ ਕਰੋ। ਤੇ ਨਾਮ ਦਾ ਰਸ ਚਖਣਾ ਕੀ ਹੈ ਫਿਰ ਸਾਧ ਸੰਗਤ ਜੀ? ਜਦੋਂ ਜ਼ੁਬਾਨ ਤੇ ਤਸੀਰ ਆਉਣ ਲੱਗ ਪੈਂਦੀ, ਕੋਈ ਵੀ ਪਦਾਰਥ ਆਪਣਾ ਸਵਾਦ ਦੱਸ ਦਿੰਦਾ ਹੈ ਨਾ, ਰਸਨਾ ਉਸ ਨੂੰ ਪਰਖ ਕੇ ਦੱਸਦੀ ਹੈ। ਇਵੇਂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਰਸ ਨੂੰ ਵੀ ਰਸਨਾ ਸਾਧ ਸੰਗਤ ਜੀ ਫਿਰ ਪਰਖ ਲੈਂਦੀ ਹੈ, ਮਾਣ ਲੈਂਦੀ ਹੈ। ਉਸ ਰਸ ਨੂੰ ਜਦੋਂ ਇੱਕ ਵੀ ਘੁੱਟ ਭਰ ਕੇ ਅੰਦਰ ਚਲੇ ਗਿਆ, ਜਾਣੋ ਜਿਵੇਂ ਸਾਧ ਸੰਗਤ ਜੀ ਬਹੁਤ ਜ਼ਿਆਦੀ ਬਲਦੀ ਅੱਗ ਤੇ ਪਾਣੀ ਪਾ ਦਈਏ ਨਾ, ਇਸ ਤਰ੍ਹਾਂ ਅੰਦਰ ਵਕਾਰਾਂ ਦੀ ਅੱਗ ਤੇ ਪਾਣੀ ਪੈਂਦਾ ਸਿੱਧਾ। ਫਿਰ ਸ਼ਾਂਤ ਹੋ ਜਾਂਦੇ ਆ ਬਲਦੇ ਹੋਏ ਹਿਰਦੇ, ਅੱਖਾਂ ਠੰਡੀਆਂ ਹੋ ਜਾਂਦੀਆਂ ਜਿਹੜੀਆਂ ਰੂਪ ਵੇਖ ਕੇ ਤਪੀਆਂ ਹੋਣ। ਕੰਨ ਜਿਹੜੇ ਸਾਧ ਸੰਗਤ ਜੀ ਐਵੇਂ ਸੁਣਨ ਵਿੱਚ ਹੀ ਭਟਕੇ ਹੋਏ, ਉਹ ਵੀ ਮਸਤੀ ਪਕੜ ਜਾਂਦੇ ਆ ਸ਼ਬਦ ਦੀ ਧੁਨ ਵਿੱਚ ਸੁਣ ਕਰਕੇ। ਫਿਰ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਆ ਤੇ ਹਰੀ ਨਾਮ ਦੇ ਨਾਲ ਸਾਧ ਸੰਗਤ ਜੀ ਹਿਰਦੇ ਸ਼ਾਂਤ ਹੋ ਜਾਂਦੇ ਆ, ਪਰਮ ਸ਼ਾਂਤੀ ਮਿਲ ਜਾਂਦੀ ਹੈ। ਜੀਵ ਨੂੰ ਜਦੋਂ ਠੰਡਕ ਪੈ ਜਾਂਦੀ ਹੈ ਨਾ, ਫਿਰ ਆ ਬਾਹਰਲੀ ਗਰਮੀ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਨਹੀਂ ਤਾਂ ਕਈ ਤਾਂ ਬਾਹਰਲੀ ਗਰਮੀ ਨੂੰ ਵੀ ਬਾਹਲਾ ਜ਼ਿਆਦਾ ਸਾਧ ਸੰਗਤ ਜੀ ਜਿਹੜਾ ਹੈ ਉਹ ਸਹਾਰ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸਲ ਵਿੱਚ ਗਰਮੀ ਲੱਗਦੀ ਤਾਂ ਹੈ ਕਿ ਹਰੀ ਨਾਮ ਨਹੀਂ ਅੰਦਰ ਹੈਗਾ, ਕਿਉਂਕਿ ਮਹਾਰਾਜ ਇਹ ਗੁਰਬਾਣੀ ਵਿੱਚ ਕਹਿੰਦੇ ਉਸਨ ਸੀਤ ਸਮਸਰ ਸਭ ਤਾਕ ਹੈ। ਉਹਦੇ ਵਾਸਤੇ ਸਰਦੀ ਗਰਮੀ ਬਰਾਬਰ ਹੋ ਜਾਂਦੀ ਹੈ, ਜਿਹਦੇ ਅੰਦਰ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ। ਹੜ੍ਹ ਦਾ ਮਹੀਨਾ ਮਹਾਰਾਜ ਕਹਿੰਦੇ ਉਹਨੂੰ ਤਪਾਉਂਦਾ ਹੈ, ਉਹਨੂੰ ਸੇਕ ਲਾਉਂਦਾ ਹੈ। ਜਿਹਦੇ ਕੋਲ ਭਾਈ ਹਰੀ ਦਾ ਨਾਮ ਨਹੀਂ ਹੈ, ਜੋ ਨਾਮ ਰਸ ਨੂੰ ਨਹੀਂ ਚੱਖਦਾ ਏ, ਜਗ ਜੀਵਨ ਪੁਰਖ ਤਿਆਗ ਕੈ, ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਨਾ, ਜੋ ਪੂ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਜੋ ਪੁਰਖ ਪੂਰਨ ਹੈ, ਮਹਾਰਾਜ ਕਹਿੰਦੇ ਭਾਈ ਉਹਨੂੰ ਤਿਆਗ ਦਿੱਤਾ ਹੈ, ਪਰਮੇਸ਼ਰ ਨੂੰ ਛੱਡ ਦਿੱਤਾ ਏ। ਮਾਨਸ ਸੰਦੇ ਆਸ, ਤੇ ਮਨੁੱਖਾਂ ਦੀ ਮਹਾਰਾਜ ਕਹਿੰਦੇ ਆਸਾ ਤੱਕ ਲਈ ਹੈ। ਤੇ ਹਜੂਰ ਕਹਿੰਦੇ ਨੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕਾ ਦੀਆ ਰਹਿ ਆਗਾਏ। ਫਿਰ ਕੀ ਹੋਊਗਾ? ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਕਿਸੇ ਦੇ ਰਜਾਇਆ ਮਨੁੱਖਾ ਤੂੰ ਨਹੀਂ ਰਜਣਾ। ਤੂੰ ਜਿਸ ਪਰਮੇਸ਼ਰ ਨੇ ਤੈਨੂੰ ਰਜਾ ਦੇਣਾ ਸੀ ਉਹਦੀ ਆਸ ਛੱਡ ਦਿੱਤੀ ਹੈ। ਵਾਹਿਗੁਰੂ ਦੀ ਆਸਾ ਨਹੀਂ ਸਾਧ ਸੰਗਤ ਜੀ ਮਨ ਵਿੱਚ ਰੱਖਦੇ। ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਮਨ ਚਿਤ ਆਸ ਰੱਖੇ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਭਾਈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਮੁਖਵਾਕ ਗਾਉਣ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਜੇ ਹਰੀ ਦੇ ਉੱਤੇ ਤੂੰ ਆਸ ਰੱਖੇ ਨਾ, ਤੇ ਫਿਰ ਇੱਕ ਨਹੀਂ ਦੋ ਨਹੀਂ, ਮਨ ਚਿੰਦੇ ਮਨ ਭਾਉਂਦੇ ਅਨੇਕ ਅਨੇਕ ਫਲ ਪਾਵੇਂਗਾ।
ਤੇ ਜੇ ਮਹਾਰਾਜ ਕਹਿੰਦੇ ਆਪਣੇ ਰਿਸ਼ਤੇਦਾਰਾਂ ਦੇ, ਮਿੱਤਰਾਂ ਦੇ, ਬੰਦਿਆਂ ਦੇ ਉੱਪਰ ਆਸ ਰੱਖੇਗਾ, ਮਨੁੱਖਾਂ ਦੇ ਉੱਤੇ ਆਸ ਰੱਖੇਗਾ, ਮਹਾਰਾਜ ਕਹਿੰਦੇ ਕਹਾਂ ਕਰੇ ਇਹ ਬੱਪੜੇ। ਇਹ ਵਿਚਾਰੇ ਬੱਪੜੇ ਕੀ ਕਰ ਸਕਦੇ ਆ? ਇਨਕਾ ਵਾਹਿਆ ਕੱਛ ਨਾ ਵਸਾਈ, ਇਹਨਾਂ ਦਾ ਚਲਾਇਆ ਹੋਇਆ ਵਸ ਕੁਝ ਨਹੀਂ ਚੱਲ ਸਕਦਾ। ਫਿਰ ਜਦੋਂ ਔਖ ਆਉਂਦੀ ਹੈ, ਕੋਲ ਮਦਦ ਕਰ ਵੀ ਸਕਦੇ ਹੋਣ ਤੇ ਤਾਂ ਵੀ ਕਹਿੰਦੇ ਆ ਕਿ ਨਹੀਂ, ਸਰਦਾ ਹੀ ਨਹੀਂ। ਫਿਰ ਜਵਾਬ ਦੇ ਦਿੰਦੇ ਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਤੂੰ ਟੇਕ ਲਾਈ ਹੈ ਨਾ, ਇਹ ਤੇਰੇ ਮਨ ਦੇ ਅੰਦਰ ਇਹਨਾਂ ਦੀ ਟੇਕ ਗਲਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਪਰਮੇਸ਼ਰ ਦੀ ਓਟ ਲੈਣੀ ਸੀ ਤੇ ਪਰਮੇਸ਼ਰ ਦੀ ਓਟ ਛੱਡ ਕਰਕੇ ਤੂੰ ਮਨੁੱਖਾਂ ਦੀ ਓਟ ਧਾਰੀ ਹੋਈ ਹੈ। ਸਾਧ ਸੰਗਤ ਜੀ, ਕੋਈ ਨੌਕਰੀ ਕਰਦਿਆਂ ਬਹੁਤ ਜ਼ਿਆਦਾ ਮਾਰ ਸਹਾਰਦੇ ਹੈ, ਤਾੜਨਾ ਸਹਾਰਦੇ ਹੈ, ਦੁਖੀ ਹੁੰਦੇ ਹੈ ਬਹੁਤ ਜ਼ਿਆਦਾ। ਫਿਰ ਇਸ ਪ੍ਰਕਾਰ ਝਿੜਕਾਂ ਖਾਂਦੇ ਹੋਏ ਉਹਨਾਂ ਨੂੰ ਦੁੱਖ ਦੇ ਸਹਿਤ ਹੀ ਸਮਾਂ ਕੱਢਣਾ ਪੈਂਦਾ, ਪਰ ਫਿਰ ਵੀ ਉੱਥੇ ਹੀ ਰਹਿੰਦੇ ਮਜਬੂਰੀ ਖਾਤਰ, ਕਿਉਂਕਿ ਕਹਿੰਦੇ ਸਾਡਾ ਜੀ ਇਹ ਨੌਕਰੀ ਮੇਰਾ ਆਸਰਾ ਹੈ, ਮੇਰੀ ਟੇਕ ਹੈ। ਉਹ ਮਨੁੱਖ ਦਾ ਹੀ ਆਸਰਾ ਰੱਖ ਛੱਡਿਆ, ਸੱਚੇ ਸਾਹਿਬ ਦਾ ਆਸਰਾ ਛੱਡ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਅੱਗੇ ਤੁਰਿਆ ਫਿਰਦਾ ਹੈ। ਜਦੋਂ ਕਿ ਵਾਹਿਗੁਰੂ ਦਾ ਆਸਰਾ ਮਨ ਦੇ ਅੰਦਰ ਰੱਖਣਾ ਸੀ। ਜਗ ਜੀਵਨ ਪੁਰਖ ਤਿਆਗ ਕੈ, ਜਿਹੜਾ ਸਾਰੇ ਜਗਤ ਦਾ ਜੀਵਨ ਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਤਿਆਗ ਕਰ ਦਿੱਤਾ ਮਨ ਦੇ ਅੰਦਰੋਂ। ਜੇ ਧਾਰਨ ਕੀਤਾ ਹੁੰਦਾ, ਕੱਲੇ ਸਾਧ ਸੰਗਤ ਜੀ ਕਈ ਇਉਂ ਕਹਿ ਦਿੰਦੇ ਆ ਨਹੀਂ ਅਸੀਂ ਦੀ ਨਿਰੰਕਾਰ ਦੀ ਓਟ ਰੱਖਦੇ ਆ। ਓਟ ਰੱਖਦੇ ਹੋ ਤੇ ਭਾਈ ਦੱਸੋ ਅੰਮ੍ਰਿਤ ਵੇਲੇ ਕਿੰਨਾ ਕੁ ਚਿਰ ਭਜਨ ਕਰਦੇ ਆ, 5 ਬਾਣੀਆਂ ਦਾ ਨਿਤਨੇਮ ਕਰਦੇ ਆ? ਅਖੇ ਜੀ ਓਟ ਨਹੀਂ ਕਰਦੇ। ਤੇ ਫਿਰ ਤੁਸੀਂ ਓਟ ਲਈ ਕਾਹਦੀ ਹੈ? ਇਹ ਸਾਧ ਸੰਗਤ ਜੀ ਮਤਲਬ ਵਾਸਤੇ ਗੱਲ ਮੂੰਹ ਤੋਂ ਕਹਿ ਦੇਣੀ ਤੇ ਪਰ ਓਟ ਲੈਣੀ ਮਨ ਕਰਕੇ, ਇਹ ਹੋਰ ਬਾਤ ਹੈ। ਜਿੰਨੇ ਮਨ ਕਰਕੇ ਓਟ ਲੈ ਲਈ ਹੈ ਨਾ, ਉਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਆਪਣਾ ਆਸਰਾ ਦਿੰਦੇ ਵੀ ਆ। ਗਰੀਬ ਨਵਾਜ ਜਿਹੜਾ ਮੁੱਖ ਤੋਂ ਹੀ ਗੱਲਾਂ ਕਰਦਾ ਸੰਸਾਰ ਦੇ ਅੰਦਰ ਕਿ ਅਸੀਂ ਵੀ ਰੱਬ ਦੀ ਟੇਕ ਰੱਖਦੇ ਹਾਂ, ਪਰਮੇਸ਼ਰ ਦਾ ਹੀ ਆਸਰਾ ਰੱਖਦੇ ਹਾਂ, ਤੇ ਬਾਕੀ ਸਭ ਕੁਝ ਜਿਹੜਾ ਹੈ ਉਹ ਮਾਇਆ ਤੇ ਟੇਕ ਰੱਖੀ ਹੋਈ ਹੈ, ਸੰਬੰਧੀਆਂ ਤੇ ਟੇਕ ਰੱਖੀ ਹੋਈ ਹੈ। ਕਹਿਣ ਨਾਲ ਥੋੜੋ, ਜਿਹੜੀ ਮਨ ਦੇ ਅੰਦਰ ਸਥਿਤੀ ਹੈ ਨਾ, ਉਹਨੂੰ ਸਤਿਗੁਰੂ ਜੀ ਜਾਣਦੇ ਹੈ, ਉਹਨੂੰ ਪਰਮੇਸ਼ਰ ਜਾਣਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੂੰ ਮਨੁੱਖਾਂ ਦੀ ਆਸ ਲਾ ਲਈ ਹੈ, ਪਰਮੇਸ਼ਰ ਦੀ ਆਸ ਭਾਈ ਜੀਵ ਤੂੰ ਛੱਡ ਦਿੱਤੀ ਆ। ਦੁਈਐ ਭਾਏ ਵਿਗੁਚੀਐ, ਮਹਾਰਾਜ ਕਹਿੰਦੇ ਭਾਈ ਜਿਹੜਾ ਦੂਜਾ ਭਾਵ ਹੈ ਨਾ, ਦੂਜਾ ਭਾਵ ਕੀ ਹੈ? ਮਾਇਆ ਜਿਹੜੀ ਦੁਜੈਗੀ ਪਾਉਣ ਵਾਲੀ ਹੈ। ਦੂਜਾ ਭਾਵ ਹੈ ਕਿ ਪਰਮੇਸ਼ਰ ਦਾ ਜਿਹੜਾ ਹੈ ਉਹ ਨਿਸ਼ਚੈ ਹੀ ਨਾ ਮਨ ਵਿੱਚ ਆਉਣਾ। ਤੇ ਇਸ ਭਾਵ ਵਿੱਚ ਲੱਗਿਆ ਮਹਾਰਾਜ ਕਹਿੰਦੇ ਬਗੁਚੀਏ ਖਰਾਬ ਹੀ ਹੋਣਾ ਪੈਂਦਾ ਹੈ। ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ ਜਿਹੜਾ ਹੈ। ਇਹ ਮਹਾਰਾਜ ਬਾਣੀ ਚ ਪੁੱਛਿਆ, ਪੁੱਤਰ ਕਲੱਤਰ ਲక్ష్ਮੀ ਧਨ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ। ਮਹਾਰਾਜ ਕਹਿੰਦੇ ਦੱਸੋ ਬਈ ਕਿਸੇ ਨੇ ਇਹਨਾਂ ਤੋਂ ਸੁਖ ਪਾਇਆ? ਜੇ ਤਾਂ ਪਾਇਆ ਤਾਂ ਦੱਸੋ। ਇਹ ਮਹਾਰਾਜ ਕਹਿੰਦੇ ਨੇ ਦੂਜੇ ਭਾਵ ਵਿੱਚ ਲੱਗਣੇ ਕਰਕੇ ਸਾਧ ਸੰਗਤ ਜੀ ਖਰਾਬ ਹੀ ਹੋਣਾ ਪੈਂਦਾ ਹੈ। ਦੋਇਆ ਭਾਏ ਵਿਗੂਚੀ ਹੈ। ਕਦੇ ਵੀ ਜੀਵ ਜਿਹੜਾ ਨਾ ਉਹ ਸਾਧ ਸੰਗਤ ਜੀ ਸੁੱਖ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ ਖਰਾਬ ਹੀ ਹੁੰਦੇ ਆ ਭਾਈ ਦੁਜਾਗੀ ਵਿੱਚ ਪਏ ਹੋਏ। ਗਲ ਪਾਏ ਸੋ ਜਮ ਕੀ ਫਾਸ, ਅੰਤ ਨੂੰ ਜਮ ਦੀ ਫਾਹੀ ਗਲ ਵਿੱਚ ਪੈ ਜਾਂਦੀ ਹੈ। ਮਨ ਵਿੱਚ ਏਕਤਾ ਨਹੀਂ ਆਈ ਤੇ ਫਿਰ ਸਾਧ ਸੰਗਤ ਜੀ ਜਿਹੜੇ ਨਿੰਦਾ ਚੁਗਲੀ ਦੇ ਸੁਣਨ ਵਿੱਚ ਹੀ, ਇੱਕ ਦੂਸਰੇ ਦੇ ਨਾਲ ਈਰਖਾ ਕਰਨ ਵਿੱਚ ਹੀ ਤੇ ਸਦਾ ਹੀ ਕਿਸੇ ਨੂੰ ਦੁੱਖ ਪਹੁੰਚਾਉਣ ਵਿੱਚ ਹੀ ਆਪਣਾ ਸਮਾਂ ਲੰਘਾਇਆ ਹੋਵੇ ਤੇ ਉਹਨੂੰ ਫਿਰ ਸਾਧ ਸੰਗਤ ਜੀ ਸੁਖ ਫਲ ਥੋੜੋ ਪ੍ਰਾਪਤ ਹੋਣਾ ਹੈ। ਮਹਾਰਾਜ ਕਹਿੰਦੇ ਭਾਈ ਦੋਇਆ ਭਾਏ ਵਿਗੂਚੀ ਹੈ, ਗੱਲ ਪਈ ਸੋ ਜਮ ਕੀ ਫਾਸ। ਅੰਤ ਨੂੰ ਜਮਾਂ ਦੀ ਫਾਹੀ ਜਿਹੜੀ ਹੈ ਨਾ ਉਹ ਗਲ ਵਿੱਚ ਪੈ ਜਾਂਦੀ ਆ। ਜਿਹਾ ਬੀਜੈ ਸੋ ਲੁਣਾ। ਸਤਿਗੁਰੂ ਜੀ ਇਹ ਕਿਉਂ ਹੁੰਦਾ? ਮਹਾਰਾਜ ਕਹਿੰਦੇ ਜਿਹੜਾ ਬੀਜ ਬੀਜਦਾ ਉਹ ਲੁਣਾ ਵੱਢਣਾ ਪੈਂਦਾ ਹੈ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਜਿਹੜਾ ਇਹ ਮਹਾਰਾਜ ਨੇ ਕਿਹਾ ਹੈ ਇਸ ਕਰਕੇ ਕਿ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਸਰੀਰ ਰੂਪੀ ਖੇਤ ਦੇ ਅੰਦਰ ਨਾਮ ਦਾ ਬੀਜ ਬੀਜ।
ਫਿਰ ਉੱਤੇ ਸੰਤੋਖ ਦਾ ਸੁਹਾਗਾ ਵੀ ਫੇਰ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਖੇਤੀ ਕਰਨ ਦੀ ਜਾਚ ਦੱਸੀ ਹੈ। ਇਹ ਖੇਤੀ ਅੰਤਰੀਬ ਕਰੀ ਦੀ ਹੈ ਸਾਧ ਸੰਗਤ ਜੀ। ਤੇ ਜਿਸ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ, ਉਹ ਫਰੀਦ ਜੀ ਦਾ ਕਥਨ ਹੈ ਨਾ ਕਿ ਲੋੜਾ ਦਾਖ ਬਜੌਰੀਆਂ, ਕਿੱਕਰ ਬੀਜਾ ਜੱਟ, ਹੰਡਾ ਉੱਨ ਕਤਾਇਂਦਾ ਤੇ ਪੈਦਾ ਲੋੜਾ ਪੱਟ। ਇਹ ਜੀਵ ਦੀ ਹਾਲਤ ਇਹੋ ਜੀ ਹੈ, ਕਰਦਾ ਤਾਂ ਪਾਪ ਵੈ ਪਰ ਕਹਿੰਦਾ ਸੁਖ ਫਲ ਪ੍ਰਾਪਤ ਹੋਵੇ। ਇਹ ਕਿਵੇਂ ਹੋ ਸਕਦਾ ਹੈ? ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਇਹ ਨਿਆਂ ਹੈ ਕੋਈ? ਬੀਜੇ ਤੇ ਜ਼ਹਿਰ, ਕਹੇ ਅੰਮ੍ਰਿਤ ਲੱਗੂਗਾ। ਕੰਡੇ ਬੀਜੇ ਤੇ ਕਹੇ ਇਹਨੂੰ ਬਜੌਰ ਦੇਸ਼ ਦੇ ਮਨੱਕੇ ਲੱਗਣੇ ਆ। ਇਹ ਕਿਵੇਂ ਹੋ ਸਕਦਾ ਹੈ? ਤੇ ਸਾਧ ਸੰਗਤ ਜੀ, ਜਿਹੜਾ ਇਸ ਪ੍ਰਕਾਰ ਕਰੇ ਤਾਂ ਪਾਪ, ਕਹੇ ਕਿ ਬੜਾ ਸੁਖ ਫਲ ਮਿਲੇਗਾ। ਇਸੇ ਕਰਕੇ ਨਾ ਭੁੱਲੇ ਹੋਏ ਜੀਵ ਪਾਪ ਕਰ ਕਰਕੇ ਮਾਇਆ ਇਕੱਠੀ ਕਰਦੇ ਰਹਿੰਦੇ ਆ, ਬੀਜ ਬੀਜਦੇ ਰਹਿੰਦੇ ਆ ਤੇ ਸੋਚੀ ਇਹੀ ਜਾਂਦੇ ਆ ਕਿ ਬੜਾ ਸੁੱਖ ਮਿਲਣਾ, ਬੜੇ ਆਰਾਮ ਨਾਲ ਜ਼ਿੰਦਗੀ ਬਤੀਤ ਕਰਾਂਗੇ। ਕਈਆਂ ਨੇ ਨਾ ਸਮਝਾਉਣ ਵਾਲੇ ਵੀ ਉਹੋ ਜਿਹੇ ਟੱਕਰ ਜਾਂਦੇ, ਕਹਿੰਦੇ ਕੋਈ ਨਹੀਂ ਠੱਗੀ ਮਾਰ ਲੈ ਇੱਕ ਵਾਰੀ ਬੜੀ ਵੱਡੀ, ਤੇ ਫਿਰ ਥੋੜੀ ਮਾਇਆ ਗੁਰੂ ਘਰ ਵੀ ਚੜਾ ਦੀ ਤੇ ਬਸ ਫਿਰ ਆਰਾਮ ਨਾਲ ਜ਼ਿੰਦਗੀ ਬਤੀਤ ਕਰੀ ਤੇ ਫਿਰ ਤੂੰ ਸਤਸੰਗਤ ਕਰਿਆ ਕਰੀ। ਉਹ ਪਾਪ ਕੀਤੇ ਹੋਏ ਸਤਸੰਗਤ ਕਰਨ ਦੇਊਗੇ? ਇਉਂ ਸਾਧ ਸੰਗਤ ਜੀ, ਜਿਹੜੇ ਬੀਜ ਨੂੰ ਬੀਜ ਦੇਈਦਾ ਨਾ ਤੇ ਫਿਰ ਸਮਾਂ ਲੱਗਦਾ ਜ਼ਰੂਰ ਭਾਵੇਂ, ਕਿਉਂਕਿ ਉਹ ਕਈ ਕਹਿੰਦੇ ਆ ਲੈ ਮੈਨੂੰ ਕੀ ਹੋ ਗਿਆ। ਸਮਾਂ ਆਉਂਦਾ ਫਿਰ ਫਲ ਇੱਕਦਮ ਥੋੜ੍ਹਾ ਪੈਂਦਾ। ਬੀਜ ਨੂੰ ਬੀਜ ਕਰਕੇ ਕਿਸਾਨ ਵੀ ਉਡੀਕ ਕਰਦਾ ਫਿਰ ਉਹਦੇ ਫਲ ਦੀ। ਫਿਰ ਜਦੋਂ ਫਲ ਲੱਗਦਾ ਉਦੋਂ ਪਹਿਲਾਂ ਥੋੜ੍ਹਾ ਪਤਾ ਲੱਗਦਾ ਕਿ ਇਹਨੂੰ ਕਿਹੋ ਜਿਹਾ ਫਲ ਪੈਣਾ ਹੈ। ਫਿਰ ਸਾਧ ਸੰਗਤ ਜੀ, ਜਦੋਂ ਬੀਜ ਦਿੰਦਾ ਨਾ ਉਦੋਂ ਫਲ ਲੱਗੇ ਤੇ ਨਿਸਰ ਕੇ ਬਾਹਰ ਨੂੰ ਆਉਂਦਾ, ਪਤਾ ਲੱਗਦਾ ਕਿ ਆਹ ਫਲ ਪੈ ਗਿਆ ਭਾਈ। ਜਿਹੜੇ ਭਾਵ ਭਗਤੀ ਵਿੱਚ ਜੁੜੇ ਰਹਿੰਦੇ ਆ, ਸਤ ਸੰਗਤ ਕਰਦੇ ਆ, ਸਾਧ ਸੰਗਤ ਜੀ ਸਰੀਰ ਤੇ ਕਸ਼ਟ ਸਹਿ ਲੈਂਦੇ ਆ, ਕਿਸੇ ਦਾ ਕੌੜਾ ਵਾਕ ਸਹਿ ਲੈਂਦੇ ਆ, ਤੇ ਪਰ ਕਦੇ ਕਿਸੇ ਕੋਲੋਂ ਬਦਲਾ ਲੈਣ ਦੀ ਵਾਲੀ ਭਾਵਨਾ ਜਿਹੜੀ ਆ ਨਾ, ਕ੍ਰੋਧ ਵਾਲੀ, ਉਹ ਨਹੀਂ ਆਪਣੇ ਮਨ ਵਿੱਚ ਲਿਆਉਂਦੇ। ਬਹੁਤ ਜ਼ਿਆਦਾ ਸਾਦਗੀ ਰੱਖਦੇ ਆ, ਬੋਲਾਂ ਵਿੱਚ ਵੀ, ਪਹਿਰਨ ਵਿੱਚ ਵੀ, ਖਾਣ ਵਿੱਚ ਵੀ। ਵੇਖਣ ਨੂੰ ਕੋਈ ਕਹਿੰਦਾ ਲੈ ਐਵੇਂ ਬਹੁਤ ਜਿਹੜੀ ਆ ਦੁਰਲਭ ਜੀ ਜ਼ਿੰਦਗੀ ਬਤੀਤ ਕਰਦੇ ਆ, ਪਰ ਸਾਧ ਸੰਗਤ ਜੀ ਉਹ ਬੀਜ ਰਹੇ ਆ ਮਹਾਰਾਜ ਜੀ ਦੇ ਨਾਮ ਦਾ, ਸਤ ਸੰਗਤ ਦਾ। ਕਦੇ ਸਮਾਂ ਆਉਣਾ ਜਦੋਂ ਫਿਰ ਫਲ ਲੱਗਣ ਦਾ, ਉਦੋਂ ਫਿਰ ਮਹਾਰਾਜ ਆਪ ਦੇ ਸਰੂਪ ਦੀ ਅਭੇਦਤਾ ਦੇਣਗੇ। ਸੱਚੇ ਪਾਤਸ਼ਾਹ ਆਪਣੇ ਨਾਮ ਦਾ ਸੁੱਖ ਦੇਣਗੇ, ਬ੍ਰਹਮਾ ਆਨੰਦ ਰਸ ਪ੍ਰਾਪਤ ਹੋ ਜਾਵੇਗਾ। ਤੇ ਸਤਿਗੁਰੂ ਜੀ ਇਹ ਪ੍ਰਮਾਣ ਦੇ ਕਰਕੇ ਆਖਿਆ ਕਿ ਜਿਹਾ ਬੀਜੈ ਸੋ ਲੁਣੈ, ਉਹੋ ਹੀ ਤੈਨੂੰ ਲੁਣਨਾ ਵੱਢਣਾ ਪਵੇਗਾ ਜਿਹੜਾ ਤੂੰ ਬੀਜ ਬੀਜੇਗਾ। ਹੁਣ ਤੂੰ ਡਿਪੈਂਡ ਕਰਦਾ ਨਾ ਤੇਰੇ ਤੇ। ਵੇਖ ਲੈ, ਪਾਪਾਂ ਦਾ ਬੀਜ ਬੀਜਣਾ ਹੈ ਕਿ ਜਾਂ ਨਾਮ ਦਾ ਬੀਜ ਬੀਜਣਾ ਜਾਂ ਪੁੰਨਾਂ ਦਾ ਬੀਜ ਬੀਜਣਾ ਹੈ। ਕਿਉਂਕਿ ਮਹਾਰਾਜ ਫਰਮਾਉਂਦੇ ਹਨ, ਪੜ੍ਹ ਦਿਓਗੇ, ਜਿਹਾ ਬੀਜੈ ਸੋ ਲੁਣੈ ਮੱਥਾ ਜੋ ਲਿਖਿਆਸ। ਜੋ ਮਹਾਰਾਜ ਕਹਿੰਦੇ ਭਾਈ ਮੱਥੇ ਦੇ ਉੱਤੇ ਲਿਖਿਆਸ ਲਿਖਿਆ ਗਿਆ ਨਾ, ਜਿਹਾ ਬੀਜੈ ਸੋ ਲੁਣੈ, ਸਤਿਗੁਰੂ ਜੀ ਕਹਿੰਦੇ ਉਹ ਤੈਨੂੰ ਵੱਢਣਾ ਪਵੇਗਾ। ਗਰੀਬ ਨਵਾਜ ਕਹਿੰਦੇ ਮਸਤਕ ਦੇ ਉੱਤੇ ਲੇਖ ਪਾ ਦਿੱਤੇ ਆ ਵਾਹਿਗੁਰੂ ਨੇ। ਮੱਥਾ ਜੋ ਲਿਖਿਆਸ, ਜੋ ਮੱਥੇ ਦੇ ਉੱਤੇ ਲਿਖਿਆ ਗਿਆ ਨਾ, ਉਹੋ ਜੀਆਂ ਆਸਾਂ ਕਰਦਾ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਨੇ ਲੇਖ ਪਾ ਦਿੱਤਾ ਨਾ, ਉਹ ਸਾਧ ਸੰਗਤ ਜੀ ਭਗਤੀ ਦੀ ਆਸ ਕਰਦੇ ਆ, ਵਾਹਿਗੁਰੂ ਦੀ ਆਸ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਰੱਬੀ ਨਿਆਂ ਹੈ, ਜਿਹੋ ਜੇ ਤੂੰ ਬੀਜ ਬੀਜੇਗਾ ਉਹੋ ਜੇ ਤੈਨੂੰ ਵੱਢਣੇ ਪੈਣਗੇ। ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਨਾ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਪਣੇ ਮੱਥੇ ਤੇ ਵੀ ਲੇਖ ਪਵਾ ਲੈਂਦੇ ਆ, ਕਿਉਂਕਿ ਸਮਰੱਥ ਸਤਿਗੁਰੂ ਜੀ ਹੀ ਮੱਥੇ ਤੇ ਲੇਖ ਪਾਉਣ ਵਾਲੇ ਐ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੋ ਮੇਰੇ ਵਾਹਿਗੁਰੂ ਨੇ ਮੱਥੇ ਦੇ ਉੱਤੇ ਲਿਖ ਦਿੱਤਾ ਹੈ ਨਾ ਪੂਰਬਲੇ ਕਰਮਾਂ ਦੇ ਮੁਤਾਬਕ, ਕਿਉਂਕਿ ਜੇ ਹੁਣ ਨਹੀਂ ਪ੍ਰਾਪਤੀ ਹੋਈ, ਇੱਛਾ ਤਾਂ ਰੱਖਦੇ ਆ ਨਾ, ਜੇ ਨਹੀਂ ਇਸ ਜਨਮ ਵਿੱਚ ਪ੍ਰਾਪਤੀ ਹੋਈ ਤੇ ਸੰਗਤ ਕਰ ਕਰਕੇ ਇੱਛਾ ਤਾਂ ਜਾਗ ਪਈ ਨਾ ਕਿ ਮਨਾ ਵਾਹਿਗੁਰੂ ਨੂੰ ਮਿਲਣਾ ਚਾਹੀਏ, ਮਨਾ ਭਜਨ ਕਰਨਾ ਚਾਹੀਦਾ ਹੈ। ਫਿਰ ਭਜਨ ਵਿੱਚ ਲੱਗ ਜਾਵੇ, ਨਹੀਂ ਕਿ ਸੋਚੀ ਜਾਵੇ ਕਿ ਕਰਨਾ ਚਾਹੀਦਾ। ਪ੍ਰਾਪਤੀ ਹੋਣੀ ਆਪਣੇ ਹੱਥ ਨਹੀਂ ਹੈ, ਫਲ ਲੱਗਣਾ ਆਪਣੇ ਹੱਥ ਨਹੀਂ ਹੈ। ਫਿਰ ਸਾਧ ਸੰਗਤ ਜੀ ਜਦੋਂ ਇਹੋ ਜਿਹੇ ਕਰਮ ਕਰੀਦੇ ਆ ਨਾ, ਇਹ ਕਰਮ ਕੀ ਹੈ,
ਅਗਲੇ ਜਨਮ ਵਿੱਚ ਮਹਾਰਾਜ ਮੱਥੇ ਤੇ ਫਿਰ ਲੇਖ ਪਾ ਦਿੰਦੇ ਆ ਕਿ ਜਾ ਭਈ ਤੂੰ ਇੰਨੀ ਆਸਾ ਕੀਤੀ ਸੀ ਸਾਡੀ ਪ੍ਰਾਪਤੀ ਦੀ, ਪੂਰੇ ਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਏਗਾ, ਤੈਨੂੰ ਪੂਰੇ ਗੁਰੂ ਦੀ ਸੇਵਾ ਦਾ ਲੇਖ ਪਾਤਾ ਹੀ, ਤੇ ਪੂਰੇ ਗੁਰੂ ਜੀ ਦੀ ਸੇਵਾ ਕਰਕੇ ਤੈਨੂੰ ਸਾਡੀ ਪ੍ਰਾਪਤੀ ਹੋ ਜਾਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੋ ਭਾਈ ਮੱਥੇ ਤੇ ਫਿਰ ਲੇਖ ਲਿਖਿਆ ਹੁੰਦਾ ਨਾ, ਉਹਦੇ ਮੁਤਾਬਕ ਜੀਵ ਆ ਕਰਕੇ ਜਿਹੜਾ ਹੈ ਵਾਹਿਗੁਰੂ ਨੂੰ ਪਾ ਲੈਂਦੇ ਆ, ਨਿਹਾਲ ਹੁੰਦੇ ਆ। ਜਿਹੋ ਜਿਹਾ ਕੋਈ ਕਰਮ ਕਰਦਾ ਉਸ ਨੂੰ ਭੋਗਣਾ ਪੈਂਦਾ ਏ। ਰਹਿਣ ਵਿਹਾਣੇ ਪਛਤਾਣੇ, ਜਿਹੜੀ ਮਹਾਰਾਜ ਕਹਿੰਦੇ ਭਾਈ ਉਮਰਾ ਰੂਪੀ ਰਾਤ ਹੈ ਨਾ, ਉਹ ਜਦੋਂ ਵਿਹਾਣੀ ਸਾਧ ਸੰਗਤ ਜੀ ਬਤੀਤ ਹੋ ਜਾਂਦੀ ਹੈ, ਪ੍ਰਮਾਣ ਦਿੰਦੇ ਹੁੰਦੇ ਆ ਜਿਵੇਂ ਸਾਧ ਸੰਗਤ ਜੀ ਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਹੁੰਦੀਆਂ, ਜਿਸ ਰਾਣੀ ਦੇ ਮਹਿਲ ਵਿੱਚ ਰਾਜਾ ਜਾਵੇ ਤੇ ਉਹ ਗੋਲੀਆਂ ਦੇ ਨਾਲ ਹੀ ਪਰਚੀ ਰਹੇ, ਰਾਜੇ ਦੀ ਸੇਵਾ ਵਿੱਚ ਹੀ ਨਾ ਆਵੇ, ਸਾਰੀ ਰਾਤ ਗੋਲੀਆਂ ਦੇ ਨਾਲ ਹੀ ਇੱਧਰ ਉੱਧਰ ਗੱਲਾਂ ਬਾਤਾਂ ਵਿੱਚ ਕੱਢ ਛੱਡੇ, ਤੇ ਸਵੇਰ ਹੋਣ ਤੋਂ ਰਾਜਾ ਜਿਹੜਾ ਫਿਰ ਉੱਠ ਕੇ ਤੁਰ ਜਾਂਦਾ ਹੈ, ਤੇ ਉਹਦਾ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਕਿ ਮੈਂ ਰਾਜੇ ਦੀ ਸੇਵਾ ਨਹੀਂ ਕਰ ਸਕੀ। ਇਹ ਸਾਧ ਸੰਗਤ ਜੀ ਜੀਵ ਰੂਪੀ ਰਾਣੀ ਹੈ, ਤੇ ਇਹ ਸੰਸਾਰ ਰੂਪੀ ਮਹਿਲ ਦੇ ਅੰਦਰ ਵਾਹਿਗੁਰੂ ਰੂਪੀ ਰਾਜੇ ਦੀ ਸਾਖਿਆਤਾ ਦਾ ਸਮਾਂ ਹੈ। ਉਮਰਾ ਰੂਪੀ ਰਾਤ ਹੈ, ਅੰਤਸ਼ਕਰਨ ਰੂਪੀ ਸੇਜਾ ਹੈ, ਤੇ ਇਹ ਜੀਵ ਰੂਪੀ ਰਾਣੀ ਜਿਹੜੀ ਹੈ ਨਾ, ਇੰਦਰੀਆਂ ਰੂਪੀ ਗੋਲੀਆਂ ਵਿੱਚ ਹੀ ਉਰਜੀ ਰਹਿੰਦੀ ਹੈ, ਇੰਦਰੀਆਂ ਰੂਪੀ ਗੋਲੀਆਂ ਵਿੱਚ ਲੱਗੀ ਰਹਿੰਦੀ ਹੈ। ਕਦੇ ਕੁਝ ਵੇਖਣ 'ਚ ਸਮਾਂ ਲੰਘਾਤਾ, ਕੋਈ ਸੁੰਘਣ 'ਚ ਲੰਘਾਤਾ, ਕੋਈ ਸੁਣਨ 'ਚ ਲੰਘਾਤਾ, ਕੋਈ ਖਾਣ 'ਚ ਲੰਘਾਤਾ ਸਮਾਂ। ਇਸ ਤਰ੍ਹਾਂ ਜੇ ਵੇਖਣ ਨੂੰ ਵੀ ਵੇਖੀਏ ਨਾ, ਤੇ ਸਾਧ ਸੰਗਤ ਜੀ ਅੱਜ ਇਹ ਏਡੀ ਬੋਬਲਤਾ ਹੈ। ਅੰਮ੍ਰਿਤ ਵੇਲੇ ਤਖਤ ਸਾਹਿਬ ਤੇ ਕੋਈ ਤਾਂ ਭਜਨ ਕਰ ਰਿਹਾ, ਕੋਈ ਨਿਤਨੇਮ ਕਰ ਰਿਹਾ, ਤੇ ਕੋਈ ਸਾਧ ਸੰਗਤ ਜੀ ਜਿਹਨੂੰ ਵੇਖਣ ਦਾ ਚਾਹ ਹੈ ਉਹ ਪਰਾਂ ਨਹੀਂ, ਤੇ ਭਜਨ ਕਰਨਾ ਨਾ ਕਹਿੰਦੇ ਚੌਂਕੜਾ ਲਾ ਕੇ ਭਜਨ ਕਰੀਏ ਤਾਂ ਵੀ ਨੀਂਦ ਆਉਂਦੀ ਹੈ। ਤੇ ਫਿਰ ਉਹ ਕਮਾਈ ਕਰਨ ਵਾਲੇ ਖਲੋ ਖਲੋ ਕੇ ਨਾਮ ਜਪਦੇ ਆ, ਪਰ ਜਿਹੜੇ ਆ YouTube ਤੇ ਫਿਲਮਾਂ ਵੇਖਦੇ ਆ, ਅੰਮ੍ਰਿਤ ਵੇਲੇ ਲੰਮੇ ਪੈ ਕੇ ਵੀ ਵੇਖੀ ਜਾਂਦੇ, ਉਦੋਂ ਨੀਂਦ ਆਉਂਦੀ ਨਹੀਂ, ਲੰਮੇ ਪੈ ਕੇ ਵੀ ਵੇਖ ਰਹੇ ਹੁੰਦੇ ਆ। ਤੇ ਮੈਂ ਵੇਖਿਆ ਉਹਨਾਂ ਨੂੰ, ਭਾਵੇਂ ਉਹਨਾਂ ਨੂੰ ਪਤਾ ਨਹੀਂ ਲੱਗਾ, ਪਰ ਉਹ ਵੇਖ ਰਹੇ ਸੀ, ਬੜਾ ਮਸਤ ਸੀਗੇ। ਕੋਈ ਗੇਮ ਖੇਡ ਰਿਹਾ ਇੱਕ ਜਾਣਾ, ਤੇ ਇੱਕ ਜਾਣਾ ਫਿਲਮ ਵੇਖ ਰਿਹਾ। ਭਜਨ ਕਰਨ ਦੇ ਵਿੱਚ ਕਿੱਡਾ ਖਲੋ ਕੇ ਵੀ ਮਿਹਨਤ ਕਰਨੀ ਪੈਂਦੀ, ਲੰਮੇ ਪੈ ਕੇ ਭਜਨ ਹੁੰਦਾ ਹੀ ਨਹੀਂ, ਉਸੇ ਵੇਲੇ ਨੀਂਦ ਆ ਜਾਂਦੀ ਹੈ। ਇਹੋ ਜੀ ਹਾਲਤ ਹੈ। ਇਉਂ ਸਾਧ ਸੰਗਤ ਜੀ ਜਿਹੜਾ ਹੈ ਨਾ, ਸੋਚਦੇ ਆ ਕਿ ਮੌਜਾਂ ਬਣੀਆਂ, ਪਰ ਮਹਾਰਾਜ ਕਹਿੰਦੇ ਸਮਾਂ ਲੰਘਦਾ ਜਾ ਰਿਹਾ। ਕਿੰਨਾ ਸਮਾਂ ਵੇਖਣ ਵਿੱਚ ਲੰਘ ਗਿਆ, ਕਿੰਨਾ ਸਮਾਂ ਸੁਣਨ ਵਿੱਚ ਲੰਘ ਗਿਆ, ਕਿੰਨਾ ਸੁੰਘਣ 'ਚ ਲੰਘ ਗਿਆ, ਕਿੰਨਾ ਖਾਣ 'ਚ ਲੰਘ ਗਿਆ, ਕਿੰਨਾ ਕਿਰਿਆ 'ਚ ਲੰਘ ਗਿਆ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਪਨ ਦੀ ਅਵਸਥਾ ਸੀ, ਤੇ ਸਤਿਗੁਰੂ ਜੀ ਘਰ ਤੇ ਨਾ ਚਿਹਰੇ ਤੇ ਚਾਦਰਾ ਲੈ ਕੇ ਮਹਾਰਾਜ ਜੀ ਲੇਟ ਗਏ, ਨਾ ਕਿਸੇ ਨਾਲ ਗੱਲ ਕਰਨ, ਨਾ ਕਿਸੇ ਨੂੰ ਮਹਾਰਾਜ ਕੋਈ ਹੁੰਗਾਰਾ ਹੀ ਦੇਣ। ਤੇ ਮਾਤਾ ਜੀ ਵੀ ਬਹੁਤ ਫਿਕਰ ਕਰਨ ਲੱਗ ਪਏ, ਮਹਾਰਾਜ ਦੇ ਪਿਤਾ ਜੀ ਬਹੁਤ ਫਿਕਰ ਕਰਨ, ਸਤਿਗੁਰੂ ਜੀ ਕੁਝ ਖਾਣ ਵੀ ਨਾ। ਬੜੀ ਬਾਲ ਅਵਸਥਾ ਹੈ ਮਹਾਰਾਜ ਜੀ ਦੀ, ਤੇ ਘਰ ਦੇ ਵਿੱਚ ਚਿੰਤਾ ਲੱਗ ਗਈ। ਤੇ ਜਿਹੜੇ ਸ਼ਰੀਕਾ ਸੀਗਾ ਉਹ ਮਹਾਰਾਜ ਦੇ ਪਿਤਾ ਜੀ ਨੂੰ ਕਹਿਣ ਲੱਗੇ, ਭਈ ਤੁਸੀਂ ਇੰਨੇ ਅਮੀਰ ਆ, ਪੁੱਤਰ ਦਾ ਇਲਾਜ ਕਿਉਂ ਨਹੀਂ ਕਰਾਉਂਦੇ, ਕੋਈ ਹਕੀਮ ਕਿਉਂ ਨਹੀਂ ਬੁਲਾਉਂਦੇ? ਜੇ ਪੁੱਤਰ ਨੂੰ ਕੋਈ ਔਰ ਹੈ ਤੇ ਕੋਈ ਹਕੀਮ ਬੁਲਾਓ। ਤੇ ਫਿਰ ਹਰਦਾਸ ਵੈਦ ਜਿਹੜਾ ਸੀ, ਭਾਵੇਂ ਪਹਿਲੋਂ ਵੀ ਹੋਰ ਸਾਰੇ ਬੜੇ ਵੈਦ ਬੁਲਾਏ, ਤੇ ਪਰ ਮਹਾਰਾਜ ਨੂੰ ਕੋਈ ਬੁਲਾ ਹੀ ਨਾ ਸਕਿਆ। ਮਹਾਰਾਜ ਚਿਹਰੇ ਤੋਂ ਚਾਦਰਾ ਹੀ ਨਾ ਲਾਉਣ ਸੱਚੇ ਪਾਤਸ਼ਾਹ। ਤੇ ਜਦੋਂ ਇਹ ਹਰਦਾਸ ਵੈਦ ਆਇਆ ਨਾ, ਇਸ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਜੂ ਨੂੰ ਪਕੜਿਆ। ਮਹਾਰਾਜ ਬਾਣੀ ਵਿੱਚ ਵੀ ਉਹ ਸ਼ਬਦ ਕਿਹਾ ਕਿ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਵੈਦ ਆਇਆ, ਉੱਠਦੇ ਤਾਂ ਹਜੂਰ ਭਾਵੇਂ ਉਦੋਂ ਵੀ ਨਾ, ਪਰ ਇਸ ਹਰਦਾਸ ਵੈਦ ਨੇ ਕਿਹਾ ਰੱਬ ਦਾ ਵਾਸਤਾ ਜੇ ਉਠੋ। ਜਦੋਂ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਨਿਰੰਕਾਰ ਦਾ ਵਾਸਤਾ ਪਾਇਆ, ਸਤਿਗੁਰੂ ਉੱਠ ਕੇ ਬੈਠ ਗਏ। ਮਹਾਰਾਜ ਕਹਿੰਦੇ ਹਾਂ ਭਾਈ ਦੱਸ ਵੈਦ। ਸਤਿਗੁਰੂ ਜੀ ਕਹਿੰਦੇ ਸਾਡੀ ਨਬਜ ਪਕੜਿਆ ਤੈਨੂੰ ਕੁਛ ਨਹੀਂ ਲੱਭਣਾ, ਇਹ ਤੂੰ ਪਕੜ ਢੰਡੋਲੇ ਬਾਹ ਨੂੰ ਪਕੜ ਕੇ ਢੰਡੋਲ ਰਿਹਾ, ਕੋਈ ਵਾਇਆ ਪਿੱਤ ਕਫ ਰੁਦਰ ਵਿਗਾੜ ਰੋਗ ਲੱਭਦਾ ਹੈ। ਮਹਾਰਾਜ ਕਹਿੰਦੇ ਇੱਥੋਂ ਬਾਹ ਤੋਂ ਤੈਨੂੰ ਰੋਗ ਨਹੀਂ ਲੱਭਣਾ,
ਰੋਗ ਸਾਡੇ ਮਹਾਰਾਜ ਕਹਿੰਦੇ ਕਰਕ ਕਲੇਜੇ ਮਾਹੇ, ਕਲੇਜੇ ਚ ਆਓ ਚੀਜ਼। ਉਹ ਕਹਿਣ ਲੱਗਾ ਹਰਦਾਸ ਵੈਦ ਮਹਾਰਾਜ ਇਹ ਕਲੇਜੇ ਦੇ ਵਿੱਚ ਕੀ ਪੀੜ ਹੈ? ਮਹਾਰਾਜ ਕਹਿੰਦੇ ਨਿਰੰਕਾਰ ਦੇ ਵਿਛੋੜੇ ਦੀ ਪੀੜ ਹੈ, ਵਾਹਿਗੁਰੂ ਨੂੰ ਮਿਲਣ ਦਾ ਦਰਦ ਹੈ। ਭਾਵੇਂ ਕਿ ਆਪ ਨਿਰੰਕਾਰ ਸਰੂਪ ਸਤਿਗੁਰੂ ਜੀ, ਪਰ ਸਿੱਖਿਆਵਾਂ ਸਮਝਾਉਣੀਆਂ ਸੀ, ਕਿਰਪਾ ਕਰਨੀ ਸੀ ਗਰੀਬ ਨਵਾਜ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਹਰਦਾਸ ਵੈਦ ਦੇ ਭਾਗ ਜਾਗੇ, ਆਇਆ ਸੀ ਦਵਾਈ ਦੇਣ। ਸਤਿਗੁਰੂ ਜੀ ਨੂੰ ਕਹਿੰਦਾ ਮਹਾਰਾਜ ਮੈਨੂੰ ਦਵਾਈ ਦਿਓ ਹੁਣ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰਦਾਸ ਵੈਦ ਜੀਵ ਨੂੰ ਹਉਮੈ ਦਾ ਰੋਗ ਹੋਇਆ ਪਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਨਿੰਦਾ ਚੁਗਲੀ ਦੇ ਦਸਤ ਲੱਗੇ ਪਏ ਐ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਜਿਹੜੇ ਕੌੜੇ ਬੋਲ ਬੋਲਣੇ ਆ, ਉਲਟੀਆਂ ਦੀ ਬਿਮਾਰੀ ਲੱਗੀ ਪਈ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੀ ਕੋਈ ਦਵਾਈ ਦੱਸੋ। ਮਹਾਰਾਜ ਫਿਰ ਸੱਚੇ ਪਾਤਸ਼ਾਹ ਨੇ ਹਰਦਾਸ ਨੂੰ ਦਵਾਈ ਦੱਸੀ ਸੀ। ਫਿਰ ਇਸ ਨੇ ਕਿਹਾ ਸੀ ਮਹਾਰਾਜ ਅਜੇ ਤਾਂ ਉਮਰ ਆਪਦੀ ਬੜੀ ਛੋਟੀ ਹੈ ਸੱਚੇ ਪਾਤਸ਼ਾਹ, ਅਜੇ ਤਾਂ ਤੁਸੀਂ ਖਾਓ ਪੀਓ ਮੌਜ ਕਰੋ, ਇਹ ਗੱਲਾਂ ਤਾਂ ਪਿਛਲੀ ਉਮਰ ਵਿੱਚ ਕੀਤੀਆਂ ਜਾ ਸਕਦੀਆਂ। ਸਤਿਗੁਰੂ ਜੀ ਨੇ ਫਿਰ 100 ਸਾਲ ਕਲਯੁਗ ਦੀ ਜਿਹੜੀ ਉਮਰ ਵਾ ਨਾ ਜੀਵ ਦੀ ਮੰਨੀ ਹੋਈ, ਵੱਧ ਵੀ ਜੀ ਲੈਂਦੇ ਆ ਕਈ, ਤਾਂ ਹੁਣ ਤਾਂ ਖਾਣ ਪੀਣ ਹੀ ਇਸ ਤਰ੍ਹਾਂ ਦਾ ਚਲੇ ਗਿਆ। 60 ਸਾਲ ਦੀ ਉਮਰ 'ਚ 100 ਸਾਲ ਵਾਂਗੂ ਗੋਡੇ ਖੜਕ ਜਾਂਦੇ, ਐਡੀ ਬੁਰੀ ਹਾਲਤ ਹੋ ਗਈ। ਜਿਹੋ ਜਿਹਾ ਰਹਿਣ ਸਹਿਣ ਉਹੋ ਜੀ ਸਾਧ ਸੰਗਤ ਜੀ ਹਾਲਤ ਸਰੀਰ ਦੀ ਹੁੰਦੀ ਜਾਂਦੀ। ਪਰ ਮਹਾਰਾਜ 100 ਸਾਲ ਵੰਡੇ ਉੱਥੇ, ਤੇ 100 ਸਾਲ ਵਿੱਚੋਂ ਪੂਰਾ ਵਿਸਥਾਰ ਹੈ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਧ ਸੰਗਤ ਜੀ ਜਿਹੜੇ ਨਾ 2.5 ਸਾਲ ਭਜਨ ਕਰਨ ਦੇ ਕੱਢੇ, ਕਿ ਜੇ ਜੀਵ ਭਜਨ ਕਰੇ ਨਾ 100 ਸਾਲ ਚੋਂ 2.5 ਸਾਲ ਭਜਨ ਕਰਨ ਦੇ ਨਿਕਲਦੇ ਆ। ਸਾਧ ਸੰਗਤ ਜੀ ਅੱਧੀ ਉਮਰ ਤਾਂ ਸਿੱਧੀ ਸੁੱਤੇ ਪਿਆਂ ਹੀ ਲੰਘ ਜਾਂਦੀ ਹੈ। ਰਾਤ ਨੂੰ ਸੌਣਾ ਹੀ ਹੁੰਦਾ ਹੈ ਨਾ, ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਤੇ ਹਾਲਤ ਇਹੋ ਜੀ ਹੈ ਕਿ ਖਿਨ ਲੇਹ ਨਾ ਹਰ ਕੋ ਨਾਮ। ਕਹਿੰਦੇ ਰਾਤ ਸੌਣ ਨੂੰ ਬਣਾਈ ਹੈ, ਦਿਨ ਕੀ ਕਰਨ ਨੂੰ ਬਣਾਇਆ? ਦਿਨ ਧੰਦਿਆਂ ਨੂੰ ਬਣਾਇਆ। ਤੇ ਭਜਨ ਕਦੋਂ ਕਰਨਾ? ਕਹਿੰਦੇ ਵੇਲ ਹੀ ਨਹੀਂ ਮਿਲਦਾ। ਇਹ ਜਦੋਂ ਸੁੱਤੇ ਪਿਆਂ ਹੀ ਇੰਨੀ ਉਮਰਾਂ ਲੰਘ ਗਈ ਹੈ, ਫਿਰ ਖਾਣ ਪੀਣ ਕਿਰਿਆ ਕਰਨ ਦੇ ਵਿੱਚ ਕਿੰਨਾ ਸਮਾਂ ਲੰਘਦਾ ਹੈ। ਇਹ ਸਾਰੀ ਸਤਿਗੁਰਾਂ ਜੀ ਨੇ ਵੰਡ ਕਰਕੇ ਫਿਰ ਸਾਧ ਸੰਗਤ ਜੀ ਵਿਆਹਿਆ ਜਾਂਦਾ ਹੈ ਧੀਆਂ ਪੁੱਤਰਾਂ ਵਿੱਚ। ਇਹ ਸਾਰਾ ਹੀ ਵੰਡ ਕਰਕੇ ਮਹਾਰਾਜ ਕਹਿੰਦੇ ਕੇਵਲ 2.5 ਸਾਲ ਦਾ ਸਮਾਂ। ਹਰਦਾਸ ਤਾਂ ਡਰ ਗਿਆ, ਕਹਿੰਦਾ ਮਹਾਰਾਜ ਭਜਨ ਹੁਣੇ ਕਰਨਾ ਚਾਹੀਦਾ। ਫਿਰ ਮਹਾਰਾਜ ਕਹਿੰਦੇ ਅਸੀਂ ਤਾਂ ਕਹਿੰਦੇ ਆ ਭਜਨ ਤੋਂ ਬਿਨਾਂ ਇੱਕ ਖਿਨ ਵੀ ਲੰਘਾਉਣਾ ਜਿਹੜਾ ਉਹ ਵਿਅਰਥ ਹੋ ਜਾਂਦਾ ਹੈ ਸਮਾਂ। ਸਤਿਗੁਰੂ ਜੀ ਕਹਿੰਦੇ ਹਨ ਰਹਿਣ ਵਿਹਾਣੇ ਪਛਤਾਣੇ। ਜਦੋਂ ਮਹਾਰਾਜ ਕਹਿੰਦੇ ਉਮਰਾ ਰੂਪੀ ਰਹਿਣ ਜਿਹੜੀ ਰਾਤ ਹੈ ਜੀਵ ਰੂਪੀ ਰਾਣੀ ਤੇਰੀ ਵਿਹਾਣੀ ਬਤੀਤ ਹੋ ਗਈ ਨਾ, ਫਿਰ ਤੇਰੇ ਪੱਲੇ ਪਛੋਤਾਵਾ ਹੀ ਰਹਿ ਜਾਣਾ ਹੈ ਕਿ ਮੈਂ ਹੁਣ ਭਜਨ ਕਿਉਂ ਨਾ ਕੀਤਾ, ਕਿਉਂ ਨਾ ਵਾਹਿਗੁਰੂ ਦੀ ਸਾਖਿਆਤਤਾ ਕੀਤੀ, ਸਤਸੰਗਤ ਕਿਉਂ ਨਾ ਕੀਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਉਮਰਾ ਰੂਪੀ ਰਾਤ ਲੰਘ ਗਈ ਫਿਰ ਪਛੋਤਾਵਾ ਹੀ ਪੱਲੇ ਰਹਿ ਜਾਂਦਾ ਏ। ਉੱਠ ਚਲੇ ਗਏ ਨਿਰਾਸ਼। ਇਹ ਜੀਵ ਰੂਪੀ ਸਾਧ ਸੰਗਤ ਜੀ ਰਾਣੀ ਫਿਰ ਉੱਠ ਕਰਕੇ ਨਿਰਾਸ਼ ਹੋਈ, ਇੱਥੋਂ ਉੱਠ ਕੇ ਚਲੀ ਜਾਂਦੀ ਹੈ। ਬੜੇ ਝੋਰੇ ਗਾਮੀ ਪੱਲੇ ਹੁੰਦਾ, ਕਿਉਂਕਿ ਜੋ ਕੁਝ ਸਾਧ ਸੰਗਤ ਜੀ ਸੋਚਿਆ ਹੁੰਦਾ ਉਹਦੇ ਮੁਤਾਬਕ ਨਹੀਂ ਹੁੰਦਾ। ਕਿਉਂਕਿ ਸਰੀਰ ਦੇ ਛੱਡਣ ਤੋਂ ਬਾਅਦ ਜਦੋਂ ਸਰੀਰ ਛੁੱਟ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਗਾਫਲ ਮਨੁੱਖ ਨੂੰ ਨਹੀਂ ਪਤਾ। ਪਰ ਸਤਿਗੁਰੂ ਜੀ ਦੱਸਦੇ ਹੈ, ਮਹਾਰਾਜ ਦੀ ਬਾਣੀ ਦੱਸਦੀ ਹੈ ਕਿ ਉਦੋਂ ਵੀ ਤੈਨੂੰ ਨਿਰਾਸ਼ ਹੋਣਾ ਪੈਣਾ ਬਹੁਤ ਜ਼ਿਆਦਾ। ਕਿਉਂਕਿ ਜਿਹੜੇ ਨਾਸਤਕ ਆ ਉਹ ਕਹਿੰਦੇ ਜੰਮਿਆ ਸੀ ਮਰ ਗਿਆ, ਕੁਛ ਵੀ ਨਹੀਂ, ਬਸ ਇੱਥੇ ਹੀ ਹੈ ਜੋ ਕੁਝ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਜੀਵ ਨੂੰ ਭਰਮਾਉਂਦੇ ਆ, ਤੇ ਤਾਂ ਹੀ ਸਾਧ ਸੰਗਤ ਜੀ ਭੁੱਲੇ ਹੋਏ ਜੀਵ ਵਿਸ਼ਿਆਂ ਵਿੱਚ ਹੀ ਲੱਗੇ ਰਹਿੰਦੇ, ਪਾਪਾਂ ਦੇ ਬੀਜ ਬੀਜਣ 'ਚ ਹੀ ਲੱਗੇ ਰਹਿੰਦੇ ਆ। ਕਹਿੰਦੇ ਕੀ ਹੋ ਚੱਲਿਆ ਹੈ? ਪਰ ਮਹਾਰਾਜ ਕਹਿੰਦੇ ਜਦੋਂ ਇੱਥੋਂ ਉੱਠ ਕੇ ਚੱਲਣਾ ਨਾ, ਇੱਥੋਂ ਉੱਠ ਕੇ ਚੱਲਣਾ, ਆਹ ਸਰੀਰ ਤਾਂ ਇੱਥੇ ਹੀ ਰਹਿ ਜਾਣਾ ਹੈ, ਪਰ ਸੂਖਸ਼ਮ ਸਰੀਰ ਨੂੰ ਇੱਥੋਂ ਚੱਲਣਾ ਪੈਣਾ ਹੈ। ਉੱਥੇ ਅੱਗੇ ਪਰਲੋਕ ਦੇ ਰਾਹ ਤੇ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਫਿਰ ਤੇਰੇ ਕੋਲ ਨਿਰਾਸ਼ਤਾ ਹੋਵੇਗੀ, ਕਿਉਂਕਿ ਤੂੰ ਉਮਰਾ ਰੂਪੀ ਰਾਤ ਨੂੰ ਸਾਰੀ ਨੂੰ ਵਿਹਾ ਦਿੱਤਾ, ਵਿਕਾਰਾਂ ਵਿੱਚ ਲੰਘਾ ਦਿੱਤੀ, ਔਗਣਾ ਤੇ ਪਾਪਾਂ ਦੇ ਅੰਦਰ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨਿਰਾਸ਼ਤਾ ਪੱਲੇ ਪੈਂਦੀ ਹੈ ਜਦੋਂ ਭਾਈ ਸਾਰੀ ਉਮਰ ਵਿੱਚ ਭਜਨ ਨਾ ਕੀਤਾ। ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਜਾਗ ਪੈਂਦਾ ਨਾ, ਉਹ ਇੰਨਾ ਭਜਨ ਕਰਦੇ ਆ ਕਿ ਇੱਕ ਇੱਕ ਸਾਹ ਨੂੰ ਬਿਰਥਾ ਨਹੀਂ ਜਾਣ ਦਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਮਨ ਨੂੰ ਏਡਾ ਜ਼ਿਆਦਾ ਜਾਗਰਤ ਅਵਸਥਾ ਬਖਸ਼ ਦਿੰਦੇ ਆ ਕਿ ਸੁੱਤੇ ਪਿਆਂ ਵੀ ਫਿਰ ਉਹਨਾਂ ਦਾ ਭਜਨ ਚੱਲਣ ਲੱਗ ਪੈਂਦਾ ਹੈ।
ਗਰੀਬ ਨਵਾਜ਼ ਸਤਿਗੁਰੂ ਉਹਨਾਂ ਦੀ ਸਾਰੀ ਉਮਰਾ ਜਿਹੜੀ ਆ ਨਾ ਉਹ ਖਾਣ ਪੀਣ ਸੌਣ ਵਾਲੀ ਉਹ ਵੀ ਮਹਾਰਾਜ ਸਫਲੀ ਕਰ ਦਿੰਦੇ ਆ। ਐਸੀ ਬਖਸ਼ਿਸ਼ ਕਰਦੇ ਆ ਸਤਿਗੁਰੂ ਜੀ। ਤੇ ਜੇ ਨਹੀਂ ਭਜਨ ਕੀਤਾ ਤੇ ਮਹਾਰਾਜ ਕਹਿੰਦੇ ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਜਦੋਂ ਉਮਰਾ ਰੂਪੀ ਰਾਤ ਵਿਹਾ ਗਈ ਸਾਰੀ, ਫਿਰ ਇਹ ਜੀਵ ਰੂਪੀ ਇਸਤਰੀ ਤੂੰ ਨਿਰਾਸ਼ ਹੋ ਕੇ ਸੰਸਾਰ ਤੋਂ ਚਲੀ ਜਾਵੇਂਗੀ। ਜਿਨ ਕੋ ਸਾਧੋ ਭੇਟਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਭਾਈ ਜਿਨ੍ਹਾਂ ਨੂੰ ਸਾਧੂ ਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਮਿਲਾਪ ਹੋਇਆ ਹੈ, ਸਾਧ ਰੂਪ ਆਪਣਾ ਤਨ ਧਾਰਿਆ, ਜਿਨ੍ਹਾਂ ਨੂੰ ਸਤ ਸੰਗਤ ਦਾ ਮਿਲਾਪ ਹੋ ਗਿਆ, ਨਾਮ ਰਸੀਏ ਗੁਰਮੁਖਾਂ ਦਾ ਮਿਲਾਪ ਹੋਇਆ ਏ, ਸੋ ਦਰਗਹ ਹੋਏ ਖਲਾਸ। ਉਹਨਾਂ ਦੀ ਸਾਧ ਸੰਗਤ ਜੀ ਦਰਗਾਹ ਦੇ ਅੰਦਰ ਖਲਾਸੀ ਹੋ ਜਾਂਦੀ ਹੈ, ਉਹ ਛੁੱਟ ਜਾਂਦੇ ਆ। ਇੱਕ ਨਾ ਭਾਈ ਵੀਰ ਸਿੰਘ ਸਾਹਿਬ ਦੇ ਜੀਵਨ 'ਚ ਲਿਖਿਆ ਹੋਇਆ ਹੈ, ਉਹਨਾਂ ਦਾ ਬਚਪਨ ਦਾ ਸਾਥੀ ਸੀਗਾ ਤੇ ਜਦੋਂ ਬਚਪਨ ਵਿੱਚ ਇੱਕ ਦੋ ਜਮਾਤਾਂ ਕਿਤੇ ਨਾਲ ਪੜ੍ਹਿਆ ਸੀ ਤੇ ਫਿਰ ਸਾਧ ਸੰਗਤ ਜੀ ਕਦੇ ਮਿਲਾਪ ਨਾ ਹੋਇਆ। ਪਰ ਭਾਈ ਸਾਹਿਬ ਦੀ ਫਿਰ ਦਿਨ ਬਰ ਦਿਨ ਬੜੀ ਪ੍ਰਸਿੱਧੀ ਹੋਈ ਪੰਥ ਦੇ ਅੰਦਰ ਵੀ, ਤੇ ਉਸਨੇ ਭਾਈ ਸਾਹਿਬ ਦਾ ਨਾਮ ਤੇ ਉਹਨਾਂ ਦੀ ਬੜੀ ਵਡਿਆਈ ਸੁਣੀ। ਤੇ ਪਰ ਬੁਰੇ ਕਰਮ ਬੜੇ ਕਰਦਾ ਸੀ, ਉਹ ਸੁਭਾਅ ਨਹੀਂ ਸੀ ਉਸ ਦਾ ਚੰਗਾ, ਅਮੀਰ ਬੜਾ ਸੀਗਾ। ਤੇ ਉਹਦੇ ਅੰਤ ਦਾ ਜਦੋਂ ਸਮਾਂ ਆਇਆ ਤੇ ਬੜੀਆਂ ਬਿਮਾਰੀਆਂ ਨਾਲ ਪੀੜਤ ਹੋ ਗਿਆ, ਇੱਥੋਂ ਤੱਕ ਕਿ ਉਹਨੂੰ ਜਮ ਵੀ ਦਿਖਾਈ ਦੇਣ ਲੱਗ ਪਏ। ਹੁਣ ਜਿਹੋ ਜਿਹੇ ਕੰਮ ਕੀਤੇ ਐ, ਜਿਹੋ ਜਿਹੇ ਸੁਭਾਅ ਹੋਣ, ਉਹੋ ਜਿਹਿਆਂ ਨਾਲ ਯਾਰੀਆਂ ਹੁੰਦੀਆਂ ਨਾ। ਸ਼ਰਾਬ ਪੀਣ ਵਾਲਿਆਂ ਦੇ ਯਾਰ ਸ਼ਰਾਬੀ ਹੁੰਦੇ ਐ, ਤੋ ਇਉਂ ਜਿਹੋ ਜਿਹੇ ਉਹਨਾਂ ਦੀ ਆਦਤਾਂ ਉਹੋ ਜਿਹੇ ਮਿੱਤਰ ਹੁੰਦੇ ਐ। ਜਿਹਨੇ ਪਾਪ ਕੀਤੇ ਆ ਫਿਰ ਜਮ ਕਹਿੰਦੇ ਅਸੀਂ ਤੇਰੇ ਮਿੱਤਰ ਆ ਗਏ ਲੈਣ ਤੈਨੂੰ। ਉਹ ਬੜਾ ਦੁਖੀ ਹੋਵੇ, ਬੜਾ ਪੀੜਤ ਹੋਵੇ, ਤੇ ਉਹਨੇ ਭਾਈ ਸਾਹਿਬ ਨੂੰ ਯਾਦ ਕੀਤਾ। ਮਨ ਵਿੱਚ ਖਿਆਲ ਆਇਆ ਕਿ ਬੜੇ ਧਰਮਾਤਮਾ ਨੇ, ਬਚਪਨ ਵਿੱਚ ਮੈਂ ਉਹਨਾਂ ਦੀ ਸੰਗਤ ਕੀਤੀ ਹੈ ਤੇ ਮਨਾ ਹੋਵੇ ਨਾ ਕਿਤੇ ਉਹਨਾਂ ਦੇ ਦਰਸ਼ਨ ਹੀ ਮਿਲ ਜਾਣ। ਹੁਣ ਚੇਤਾ ਆ ਗਿਆ ਉਹਨੂੰ ਬਚਪਨ ਦੀਆਂ, ਜਦੋਂ ਬੰਦੇ ਦੇ ਮਰਨ ਦਾ ਵਕਤ ਆਉਂਦਾ ਉਹਨੂੰ ਪਿਛਲੀਆਂ ਗੱਲਾਂ ਬਾਹਲੀਆਂ ਚੇਤੇ ਆਉਣ ਲੱਗ ਪੈਂਦੀਆਂ ਬਚਪਨ ਆਦਿਕ ਦੀਆਂ। ਉਹਨੇ ਆਪਦਾ ਨੌਕਰ ਭੇਜਿਆ ਭਾਈ ਸਾਹਿਬ ਨੂੰ, ਬੜੀ ਨਿਮਰਤਾ ਨਾਲ ਪੱਤਰ ਲਿਖਿਆ ਤੇ ਉਹ ਨੌਕਰ ਨੇ ਜਾ ਪੱਤਰ ਦਿੱਤਾ। ਭਾਈ ਸਾਹਿਬ ਨੇ ਪਛਾਣ ਲਿਆ ਬਈ ਇਹ ਫਲਾਨਾ ਸਾਡਾ ਮਿੱਤਰ ਬਚਪਨ ਦਾ, ਤੇ ਉਹਨਾਂ ਦੇ ਮਨ ਦਾ ਖਿਆਲ ਆਇਆ ਕਿ ਅੱਛਾ ਚਲੋ ਜੇ ਬਿਮਾਰੀ ਨਾਲ ਗਰਸਿਆ, ਕਿਉਂਕਿ ਗੁਰਮੁਖਾਂ ਦੇ ਹਿਰਦੇ ਦਰਵ ਜਾਂਦੇ ਆ, ਕਿਸੇ ਨੂੰ ਔਖੇ ਵੇਲੇ ਉਹ ਜ਼ਰੂਰ ਮਦਦ ਕਰਦੇ ਆ। ਭਾਈ ਸਾਹਿਬ ਜੀ ਚਲੇ ਗਏ ਉਹਦੇ ਪਿੰਡ, ਤੇ ਭਾਈ ਸਾਹਿਬ ਨਾਮ ਦੇ ਰਸੀਏ ਸੀਗੇ, ਬਹੁਤ ਉਹਨਾਂ ਦਾ ਉੱਚਾ ਜੀਵਨ। ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸੀ, ਬਾਣੀ ਕੰਠ ਸੀ ਉਹਨਾਂ ਨੂੰ। ਤੇ ਜਦੋਂ ਉਹਦੇ ਘਰ 'ਚ ਪ੍ਰਵੇਸ਼ ਹੋਏ ਨਾ, ਸੁਖਮਨੀ ਸਾਹਿਬ ਦੀ ਬਾਣੀ ਦੇ ਪ੍ਰਤਾਪ ਕਰਕੇ ਜਮ ਉਸੇ ਵੇਲੇ ਦਿਖਣੋਂ ਹਟ ਗਏ। ਤੇ ਭਾਈ ਸਾਹਿਬ ਦੇ ਜਾਣ ਨਾਲ ਉਹਨੂੰ ਰੋਗ ਵਿੱਚ ਵੀ ਪੀੜਾ ਜਿਹੜੀ ਹੋ ਰਹੀ ਸੀ ਉਹਦੇ ਨਾਲ ਵੀ ਥੋੜਾ ਸਕੂਨ ਮਿਲਿਆ, ਆਰਾਮ ਆਇਆ। ਭਾਈ ਸਾਹਿਬ ਜਦੋਂ ਲਾਗੇ ਬਹਿ ਗਏ ਤੇ ਭਾਈ ਸਾਹਿਬ ਦਾ ਹੱਥ ਉਹਨੇ ਫੜ ਲਿਆ ਤੇ ਬਹੁਤ ਪੁੱਬਾਂ ਮਾਰ ਮਾਰ ਰੋਇਆ। ਕਹਿੰਦਾ ਮਹਾਰਾਜ ਸਾਰੀ ਉਮਰ ਲੰਘਾਤੀ ਪਾਪ ਕਰਦਿਆਂ, ਸਾਰੀ ਉਮਰ ਲੰਘ ਗਈ ਵਿਅਰਥ, ਕੋਈ ਚੰਗਾ ਕਰਮ ਨਹੀਂ ਕੀਤਾ। ਮਹਾਰਾਜ ਮੇਰੇ ਹੁਣ ਮਰਨ ਦਾ ਸਮਾਂ ਆ ਗਿਆ, ਮੈਨੂੰ ਬਹੁਤ ਡਰ ਲੱਗਦਾ ਹੈ, ਕਿਉਂਕਿ ਮੈਨੂੰ ਤਾਂ ਹੁਣ ਜਿਉਂਦੇ ਨੂੰ ਦਿਖਾਈ ਦੇਣ ਲੱਗ ਪਏ, ਏਡੇ ਦੁਖਦਾਈ ਏਡੇ ਭਿਆਨਕ ਇਹਨਾਂ ਦੇ ਰੂਪ ਹੈ। ਮਹਾਰਾਜ ਮਰਨ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਮੈਨੂੰ ਹੁਣ ਕੁੱਟਣਗੇ, ਬਹੁਤ ਜ਼ਿਆਦਾ ਸਜ਼ਾਵਾਂ ਸਹਾਰਨੀਆਂ ਪੈਣਗੀਆਂ, ਬੜਾ ਮੈਂ ਦੁਖੀ ਹਾਂ। ਤੇ ਆਪਣੇ ਪਾਪਾਂ ਦਾ ਜ਼ਿਕਰ ਕਰੇ ਭਾਈ ਸਾਹਿਬ ਜੀ, ਬਹੁਤ ਨਿਸ਼ਚੇ ਵਾਲੇ। ਕਹਿਣ ਲੱਗੇ ਭਾਈ ਪ੍ਰੇਮੀਆਂ, ਸਮਰੱਥ ਤਾਂ ਸਤਿਗੁਰੂ ਜੀ ਹੈ, ਅਸੀਂ ਕੁਝ ਨਹੀਂ ਕਰ ਸਕਦੇ, ਪਰ ਹਾਂ ਤੈਨੂੰ ਮਹਾਰਾਜ ਆਪਦੇ ਸਿੱਖਾਂ ਨੂੰ ਜੁਗਤ ਦੱਸੀ ਹੁੰਦੀ, ਅਸੀਂ ਤੈਨੂੰ ਜੁਗਤ ਦੱਸ ਦਿੰਨੇ ਆ ਜੇ ਤੂੰ ਵਰਤ ਲੈ ਤਾਂ। ਕਹਿਣ ਲੱਗਾ ਭਾਈ ਸਾਹਿਬ ਦੱਸੋ, ਜ਼ਰੂਰ ਦੱਸੋ ਕੋਈ। ਭਾਈ ਸਾਹਿਬ ਕਹਿੰਦੇ ਦੱਸ ਵੀ ਤੇਰੇ ਪਾਪ ਵੱਡੇ ਆ ਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵੱਡੀ ਹੈ। ਕਹਿੰਦਾ ਮਹਾਰਾਜ ਮੈਂ ਤਾਂ ਲਪੱਗਵਾਂ, ਕੀ ਕਾਂ ਪਾਪ ਇੰਨੇ ਜ਼ਿਆਦੇ ਕੀਤੇ, ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਗੁਰੂ ਦੀ ਬਖਸ਼ਿਸ਼ ਛੋਟੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਪ੍ਰੇਮੀਆਂ, ਤੇਰੇ ਪਾਪ ਜਿਹੜੇ ਆ ਉਹ ਬੂੰਦ ਦੀ ਨਿਆਈ ਹੈ, ਮੇਰੇ ਗੁਰੂ ਦੀ ਬਖਸ਼ਿਸ਼ ਸਮੁੰਦਰ ਦੀ ਨਿਆਈ ਹੈ। ਜੇ ਤੂੰ ਗੁਰੂ ਦੀ ਟੇਕ ਰੱਖ ਕੇ, ਤੈਨੂੰ ਐਂ ਦੱਸਦੇ ਆ ਵਾਹਿਗੁਰੂ ਵਾਹਿਗੁਰੂ ਜਪੀ ਚੱਲ ਫਿਰ, ਪਰ ਟੇਕ ਰੱਖ ਅੰਦਰ ਮਹਾਰਾਜ ਦੀ। ਹੁਣ ਹੋਰ ਆਸਰੇ ਛੱਡ ਦੇ, ਜਿਨ੍ਹਾਂ ਦੀ ਵਾਸਤੇ ਮਾਇਆ ਇਕੱਠੀ ਕੀਤੀ ਹੈ ਨਾ, ਉਹਨਾਂ ਤੇਰੇ ਤੇ ਕੋਈ ਮਾਇਆ ਨਹੀਂ ਲਾਉਣੀ ਏ। ਇਹ ਪਾਪਾਂ ਕਰਕੇ ਤੂੰ ਇਕੱਠੀ ਕੀਤੀ ਹੈ ਤੇ ਹੁਣ ਤੇਰੇ ਨਾਲ ਨਹੀਂ ਨਿਭ ਰਹੀ, ਨਾਲ ਨਿਭਣਾ ਕੇਵਲ ਨਾਮ। ਹੁਣੀ ਨਿਸ਼ਚਾ ਕਰਕੇ ਤੂੰ ਭਜਨ ਕਰਨ ਲੱਗ ਜਾ। ਤੇ ਕੁਝ ਸਮਾਂ ਭਾਈ ਸਾਹਿਬ ਬੈਠੇ, ਕਿਉਂਕਿ ਗੁਰਮੁਖਾਂ ਨੇ ਫਿਰ ਗੁਰਮੁਖਾਂ ਵਾਲੀਆਂ ਹੀ ਗੱਲਾਂ ਕਰਨੀਆਂ ਹੁੰਦੀਆਂ ਨੇ।
ਭਾਈ ਸਾਹਿਬ ਦੇ ਆਉਣ ਕਰਕੇ ਬੜਾ ਸਕੂਨ ਹੋਇਆ। ਕਹਿੰਦਾ ਭਾਈ ਸਾਹਿਬ ਤੁਹਾਡੇ ਆਉਣ ਨਾਲ ਹੀ ਉਹ ਮੈਨੂੰ ਦਿਖਣੋਂ ਹਟ ਗਏ ਦੁਖਦਾਈ ਜੰਮ, ਨਾਲੇ ਮੈਨੂੰ ਰੋਗ ਚੋਂ ਵੀ ਪੀੜਾ ਸਰੀਰ ਨੂੰ ਹਟੀ ਹੈ। ਇਹਦਾ ਕੀ ਕਾਰਨ ਹੈ? ਭਾਈ ਸਾਹਿਬ ਕਹਿੰਦੇ ਬਾਣੀ ਦਾ ਪ੍ਰਤਾਪ ਹੈ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਕਰਕੇ ਤੇਰੇ ਸਰੀਰ ਦੀ ਪੀੜਾ ਵੀ ਨਾਸ਼ ਹੋਈ ਹੈ, ਜਮਗਣ ਵੀ ਦੂਰ ਭੱਜ ਗਏ ਮਹਾਰਾਜ ਦੇ ਨਾਮ ਦੇ ਪ੍ਰਤਾਪ ਕਰਕੇ। ਇਹ ਨਹੀਂ ਸਿੱਖ ਕਹਿੰਦਾ ਕਿ ਮੇਰੇ ਪ੍ਰਤਾਪ ਕਰਕੇ, ਕਹਿੰਦੇ ਨਹੀਂ, ਨਾਮ ਜਪਦੇ ਆ ਨਾ, ਨਾਮ ਦੇ ਪ੍ਰਤਾਪ ਕਰਕੇ। ਤੇ ਭਾਈ ਸਾਹਿਬ ਦੇ ਜੀਵਨ 'ਚ ਲਿਖਿਆ ਹੋਇਆ ਹੈ। ਥੋੜੇ ਦਿਨਾਂ ਬਾਅਦ ਨਾ ਭਾਈ ਸਾਹਿਬ ਅੰਮ੍ਰਿਤ ਵੇਲੇ ਜਾਂਦੇ ਹੁੰਦੇ ਸੀ ਰੋਜ਼ ਆਪਣੇ ਨਿਯਮ ਨਾਲ ਹਰਿਮੰਦਰ ਸਾਹਿਬ। ਪਹਿਲੇ ਜਿਹੜਾ ਪਹਿਰ ਦਾ ਕੀਰਤਨ, 3 ਪਹਿਰੇ ਦਾ ਕੀਰਤਨ ਜਿਹੜਾ ਮਹਾਰਾਜ ਦੇ ਹਜ਼ੂਰ ਹੁੰਦਾ, ਉਹ ਕੀਰਤਨ ਭਾਈ ਸਾਹਿਬ ਬੜੇ ਪਿਆਰ ਨਾਲ ਸੁਣਦੇ, ਸੇਵਾ ਵੀ ਕਰਦੇ। ਫੁੱਲਾਂ ਦਾ ਗੁਲਦਸਤਾ ਵੀ ਅੱਜ ਵੀ ਭਾਈ ਸਾਹਿਬ ਦੇ ਸਾਧ ਸੰਗਤ ਜੀ ਉੱਥੋਂ ਭੇਟ ਹੁੰਦਾ ਹੈ। ਤੋ ਜਦੋਂ ਭਾਈ ਸਾਹਿਬ ਨੇ ਆਉਣਾ ਸੀ ਨਾ ਆਪਣੇ ਨਿਯਮ ਤੋਂ ਕੁਝ ਸਮਾਂ ਪਹਿਲਾਂ ਹੀ ਉੱਠ ਕੇ ਜਦੋਂ ਇਸ਼ਨਾਨ ਕਰਨਾ ਸੀ, ਤੇ ਭਾਈ ਸਾਹਿਬ ਨੂੰ ਰਾਤ ਸੁਪਨਾ ਆ ਗਿਆ। ਸੁਪਨੇ ਵਿੱਚ ਕੀ ਵੇਖਿਆ ਹੈ ਕਿ ਭਾਈ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ। ਜਿਹੜੇ ਗੁਰਮੁਖ ਸਾਧ ਸੰਗਤ ਜੀ ਮਹਾਰਾਜ ਦੀ ਸੰਗਤ ਜਾਗਦਿਆਂ ਕਰਦੇ ਆ ਨਾ, ਉਹਨਾਂ ਨੂੰ ਸੁਪਨੇ ਵੀ ਸੰਗਤ ਕਰਨ ਦੇ ਹੀ ਆਉਂਦੇ ਆ ਕਿ ਕੀਰਤਨ ਸੁਣ ਰਹੇ ਆ, ਕਥਾ ਸੁਣ ਰਹੇ ਆ। ਕਈ ਸੁਪਨੇ ਵਿੱਚ ਚੌਪਈ ਸਾਹਿਬ ਦਾ ਪਾਠ ਕਰਦੇ ਆ। ਇਉਂ ਸੁਪਨੇ ਵੀ ਉਹਨਾਂ ਨੂੰ ਮਹਾਰਾਜ ਦੇ ਨਾਮ ਦੇ ਆਉਂਦੇ। ਭਾਈ ਸਾਹਿਬ ਨੂੰ ਸੁਪਨਾ ਆਇਆ ਕਿ ਹਰਿਮੰਦਰ ਸਾਹਿਬ ਅਸੀਂ ਨਮਸਕਾਰ ਕੀਤੀ ਹੈ, ਇਸ਼ਨਾਨ ਕੀਤਾ ਦੁਖ ਭੰਜਨੀ ਬੇਰੀ ਸਾਹਿਬ ਥੱਲੇ, ਤੇ ਇਸ਼ਨਾਨ ਕਰਕੇ ਜਦੋਂ ਭਾਈ ਸਾਹਿਬ ਉੱਥੋਂ ਤੁਰਨ ਲੱਗੇ ਆ ਤੇ ਸੁਪਨੇ ਵਿੱਚ ਭਾਈ ਸਾਹਿਬ ਵੇਖ ਰਹੇ ਆ ਕਿ ਉਹੋ ਹੀ ਪ੍ਰੇਮੀ ਉਹ ਦੁਖ ਭੰਜਨੀ ਬੇਰੀ ਸਾਹਿਬ ਦੇ ਉੱਤੇ ਬੈਠਾ ਤੇ ਬੇਰ ਤੋੜ ਤੋੜ ਕੇ ਖਾ ਰਿਹਾ। ਤੇ ਬੜਾ ਹੱਸਿਆ ਭਾਈ ਸਾਹਿਬ ਵੱਲ ਵੇਖ ਕੇ, ਕਹਿੰਦਾ ਭਾਈ ਸਾਹਿਬ ਬੜੀ ਮੌਜ ਬਣੀ ਹੈ, ਮੈਂ ਤਾਂ ਇੱਥੇ ਆ ਗਿਆ, ਹੁਣ ਆ ਬੇਰ ਖਾਣਾ, ਲਓ ਤੁਸੀਂ ਵੀ ਛਕੋ। ਤੇ ਭਾਈ ਸਾਹਿਬ ਕਹਿੰਦੇ ਨਹੀਂ ਭਾਈ ਤੂੰ ਛਕ, ਅਸੀਂ ਤਾਂ ਰੋਜ਼ ਹੀ ਛਕਦੇ ਆ। ਇੰਨਾ ਇਹ ਸੁਪਨਾ ਆਇਆ ਤੇ ਟੁੱਟ ਗਿਆ ਸੁਪਨਾ। ਜਾਗ ਪਏ, ਅੰਮ੍ਰਿਤ ਵੇਲਾ, ਇਸ਼ਨਾਨ ਕੀਤਾ, ਹਰਿਮੰਦਰ ਸਾਹਿਬ ਆ ਕੇ ਆਪ ਦਾ ਨਿਯਮ ਪੂਰਾ ਨਿਭਾਇਆ, ਕੀਰਤਨ ਸੁਣਿਆ। ਜਦੋਂ ਵਾਪਸ ਆਏ ਤੇ ਭਾਈ ਸਾਹਿਬ ਨੇ ਉਹ ਸੁਪਨਾ ਚੇਤਾ ਸੀ, ਆਪਣੇ ਕੋਲੋਂ ਇੱਕ ਨੌਕਰ ਭੇਜਿਆ, ਕਹਿੰਦੇ ਜਾ ਉਹਦੇ ਪਿੰਡ ਪਤਾ ਕਰਕੇ ਆ ਵੀ ਭਲਾ ਉਹਦਾ ਕੀ ਹਾਲ ਹੈ। ਜਦੋਂ ਉਹਨੇ ਆ ਕੇ ਦੱਸਿਆ, ਕਹਿੰਦੇ ਭਾਈ ਸਾਹਿਬ ਉਹ ਠੀਕ, ਉਹ ਤਾਂ ਰਾਤ ਚੜ੍ਹਾਈ ਕਰ ਗਿਆ ਸੀਗਾ, ਇੰਨੇ ਵੱਜ ਕੇ ਇੰਨੇ ਮਿੰਟ ਤੇ। ਉਸ ਤੋਂ ਚੜ੍ਹਾਈ ਕਰਨ ਤੋਂ ਬਾਅਦ ਉਸੇ ਵੇਲੇ ਭਾਈ ਸਾਹਿਬ ਨੂੰ ਉਹਦਾ ਸੁਪਨਾ ਆਉਣਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦੀ ਬੇਰੀ ਤੇ ਬੈਠਾ ਬੇਰ ਖਾਂਦਾ ਹੈ। ਇਹਦਾ ਸੰਕੇਤ ਭਾਈ ਸਾਹਿਬ ਨੂੰ ਇਹ ਮਿਲਿਆ ਕਿ ਭਾਈ ਉਹ ਅਧਿਓ ਗਤੀ ਨੂੰ ਨਹੀਂ ਗਿਆ। ਜੇ ਅੰਤ ਵੇਲੇ ਗੁਰਮੁਖਾਂ ਦੀ ਸੰਗਤ ਹੋ ਗਈ ਨਾ, ਤੇ ਤਾਂ ਵੀ ਸਾਧ ਸੰਗਤ ਜੀ ਉਹ ਸੰਗਤ ਲਾਹਾ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਸਾਧੂ ਦਾ ਭੇਟੀਏ ਮਿਲਾਪ ਹੋ ਜੇ ਨਾ ਕਿਤੇ ਅੰਤਲੇ ਸਮੇਂ ਵੀ। ਅਜਾਮਲ ਨੂੰ ਵੀ ਸਾਧ ਸੰਗਤ ਜੀ ਅੰਤ ਦੇ ਵੇਲੇ ਹੀ ਜਦੋਂ ਉਹ ਸਾਧੂਆਂ ਦੀ ਸੰਗਤ ਕਰਨ ਦਾ ਸੁਭਾਗ ਮਿਲ ਗਿਆ ਤੇ ਉਹਨਾਂ ਨੇ ਫਿਰ ਉਹਦੇ ਪੁੱਤਰ ਦਾ ਨਾਮ ਹੀ ਨਾਰਾਇਣ ਰੱਖਤਾ। ਉਹਦੇ ਸੇਵਾ ਵੇਖ ਕੇ ਕਹਿੰਦੇ ਪਹਿਲਾਂ ਇਹਨੂੰ ਇਹਦਾ ਨਾਮ ਨਾਰਾਇਣ ਰੱਖ ਦੇ। ਤੇ ਫਿਰ ਸਾਧ ਸੰਗਤ ਜੀ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਸਤਾਰਾ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਦੋਂ ਭਾਈ ਸਾਧੂਆਂ ਦਾ ਕਿਤੇ ਭੇਟੀਏ ਮਿਲਾਪ ਹੋ ਜਾਵੇ, ਸੋ ਦਰਗਾਹ ਹੋਏ ਖਲਾਸ, ਉਹ ਦਰਗਾਹ ਦੇ ਅੰਦਰ ਖਲਾਸ ਹੋ ਜਾਂਦੇ ਆ, ਛੁੱਟ ਜਾਂਦੇ ਆ ਸਾਧ ਸੰਗਤ ਜੀ। ਉਹਨਾਂ ਦੇ ਸੰਗਲ ਉਤਰ ਜਾਂਦੇ ਆ, ਕੋਈ ਉਹਨਾਂ ਨੂੰ ਮਾਰ ਨਹੀਂ ਫਿਰ ਕਰ ਸਕਦਾ। ਉਹਨਾਂ ਦੀ ਖਲਾਸੀ ਕਰ ਦਿੰਦੀ ਆ ਸੰਗਤ ਸਾਧੂਆਂ ਦੀ। ਕਰ ਕਿਰਪਾ ਪ੍ਰਭ ਆਪਣੇ, ਹੇ ਮਹਾਰਾਜ, ਹੇ ਵਾਹਿਗੁਰੂ, ਸੁਧ ਭੂਮਾ ਰੂਪੀ ਬ੍ਰਹਮ, ਸਾਡੇ ਤੇ ਮਹਾਰਾਜ ਆਪਣੀ ਕਿਰਪਾ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਮਹਾਰਾਜ ਸਾਡੇ ਮਨ ਦੇ ਅੰਦਰ ਵੀ ਆਪ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ, ਕਿਉਂਕਿ ਪਿਆਸਾ ਹੀ ਪਾਣੀ ਦੀ ਕੀਮਤ ਨੂੰ ਜਾਣਦਾ ਹੁੰਦਾ ਹੈ। ਜਿਹਨੂੰ ਪਿਆਸ ਨਾ ਲੱਗੀ ਹੋਵੇ ਉਹ ਪਾਣੀ ਦੀ ਕੀਮਤ ਨਹੀਂ ਜਾਣਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨਾਂ ਦੀ ਪਿਆਸ ਲਾ ਦਿਓ। ਤੂੰ ਚੌ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਮਹਾਰਾਜ ਮੇਰੇ ਨੇਤਰ ਤਰਸਦੇ ਆਪ ਦੇ ਦਰਸ਼ਨ ਵੇਖਣ ਨੂੰ। ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਇਹ ਬੇਬਲਤਾ ਹੁੰਦੀ ਹੈ ਨਾ, ਉਹ ਢਾਕੇ ਵਿੱਚ ਬੁਲਾਕੀ ਦਾਸ ਦੀ ਬਿਰਧ ਮਾਤਾ ਜਿਹੜੀ ਸੀ, ਬੁਲਾਕੀ ਦਾਸ ਮਸੰਦ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ, ਤੇ ਉਹ ਮਾਤਾ ਬਹੁਤ ਸਰੀਰ ਬਿਰਧ ਹੋ ਗਿਆ, ਪਰ ਉਹ ਦਰਸ਼ਨਾਂ ਦੀ ਆਸ ਕੈਸੀ ਹੈ। ਤੇ ਵੇਖੋ ਉਹਦੀ ਸ਼ਰਧਾ, ਰੋਜ਼ ਪਲੰਗੇ ਦੇ ਉੱਤੇ ਮਖਮਲੀ ਵਿਛਾਈ ਵਿਛਾਉਂਦੀ ਹੈ
ਤੇ ਰੇਸ਼ਮ ਦੀਆਂ ਸੇਜ ਬੰਦਾਂ ਜਿਹੜੀਆਂ ਨਾ ਉਹ ਪਾਵਿਆਂ ਨਾਲ ਰੋਜ਼ ਕੱਸਦੀ ਹੈ ਤੇ ਰੋਜ਼ ਉਸ ਪਲੰਗੇ ਨੂੰ ਮੱਥਾ ਟੇਕਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਪਲੰਗੇ ਤੇ ਬਹਿਣਗੇ ਆ ਕੇ। ਫਿਰ ਅਗਲੀ ਸਵੇਰ ਵੱਡੀ ਹੁੰਦੀ ਹੈ, ਵਿਛਾਈ ਚੱਕ ਦਿੰਦੀ ਹੈ। ਬਲਾਕੀ ਦਾਸ ਕਹਿੰਦਾ ਮਾਂ ਗੁਰੂ ਸਾਹਿਬ ਇੱਥੇ ਕਿੱਥੇ ਆਉਣਾ ਐਡੀ ਦੂਰ ਦੇਸ਼ ਵਿੱਚ, ਕਿਉਂਕਿ ਉਦੋਂ ਇਹੋ ਜਿਹੇ ਸੰਚਾਰ ਦੇ ਸਾਧਨ ਨਹੀਂ ਸੀ ਨਾ ਕਿ ਮਹਾਰਾਜ ਦੇ ਰਾਹ 'ਚ ਤੁਰੇ ਆਉਂਦਿਆਂ ਦੀ ਖਬਰ ਹੁੰਦੀ। ਬਲਾਕੀ ਦਾਸ ਨੇ ਆਪਣੀ ਮਾਂ ਨੂੰ ਧਰਵਾਸ ਦੇਣੀ ਆਖਿਆ, ਮਾਤਾ ਗੁਰੂ ਸਾਹਿਬ ਤਾਂ ਖਰੇ ਕਿੱਥੇ ਵਿਚਰਦੇ ਹੋਣਗੇ। ਬਲਾਕੀ ਦਾਸ ਦੀ ਮਾਤਾ ਜਿਵੇਂ ਜਿਵੇਂ ਦਰਸ਼ਨਾਂ ਦੀ ਪਿਆਸ ਲੱਗਦੀ ਜਾਵੇ ਤਿਵੇਂ ਤਿਵੇਂ ਉਹਦਾ ਮੱਛੀ ਵਾਂਗ ਅੰਦਰੋਂ ਹਿਰਦਾ ਤੜਫੇ ਮਹਾਰਾਜ ਦੇ ਦਰਸ਼ਨਾਂ ਨੂੰ। ਫਿਰ ਅਖੀਰ ਇੱਥੋਂ ਤੱਕ ਦੀ ਬੇਬਲਤਾ ਆ ਗਈ ਕਿ ਮਹਾਰਾਜ ਮੇਰੇ ਪ੍ਰਾਣ ਨਿਕਲ ਜਾਣ ਤੋਂ ਪਹਿਲਾਂ ਇੱਕ ਵਾਰ ਦਰਸ਼ਨ ਦੇ ਦਿਓ। ਸੱਚੇ ਪਾਤਸ਼ਾਹ ਮੈਂ ਇਸ ਸਰੀਰ ਦੇ ਵਿੱਚ ਤੁਹਾਡਾ ਦਰਸ਼ਨ ਕਰਨਾ ਹੈ, ਮੇਰੀਆਂ ਇਹ ਅੱਖੀਆਂ ਮੇਰੇ ਨੇਤਰ ਤਰਸਦੇ ਆ ਤੁਹਾਡੇ ਦਰਸ਼ਨ ਵੇਖਣ ਨੂੰ। ਤੇ ਉਹ ਸਮਾਂ ਆਇਆ ਜਦੋਂ ਫਿਰ ਸਤਿਗੁਰੂ ਜੀ ਰਾਜਾ ਰਾਮ ਸਿੰਘ ਦੀ ਫੌਜ ਨੂੰ ਕਹਿੰਦੇ ਆ ਢਾਕੇ ਪਹੁੰਚੇ ਨਾ, ਜਦੋਂ ਮਹਾਰਾਜ ਕਹਿੰਦੇ ਬਾਹਰ ਉਤਾਰਾ ਕਰੋ, ਸਾਰੇ ਸਿੱਖਾਂ ਨੂੰ ਵੀ ਕਹਿਤਾ ਇੱਥੇ ਬਾਹਰ ਉਤਾਰਾ ਕਰੋ। ਆਪ ਮਹਾਰਾਜ ਤੁਰ ਪਏ, ਸੱਚੇ ਪਾਤਸ਼ਾਹ ਨਗਰ ਵੱਲ ਨੂੰ ਤੁਰ ਪਏ ਤੇ ਬੜੀ ਕਾਹਲੀ ਨਾਲ 5-7 ਸਿੱਖ ਮਗਰ ਤੁਰ ਪਏ। ਮਹਾਰਾਜ ਕਿੱਧਰ ਜਾ ਰਹੇ ਆ? ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨਗਰ 'ਚ ਕਿਹੜੇ ਕੋਲ ਚੱਲੇ ਆ? ਮਹਾਰਾਜ ਨੂੰ ਕਿਸੇ ਐਡਰੈਸ ਨਹੀਂ ਸੀ ਦੱਸਿਆ ਬਲਾਕੀ ਦਾਸ ਦੇ ਘਰ ਦਾ। ਸਤਿਗੁਰੂ ਜੀ ਤੁਰਦੇ ਤੁਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਲਾਕੀ ਦਾਸ ਦੇ ਦਰਵਾਜ਼ੇ ਤੇ ਜਾ ਕੇ ਖਲੋ ਗਏ। ਜਦੋਂ ਦਰਵਾਜ਼ੇ ਦੀ ਸਰਦਲ ਹਜੂਰ ਅੰਦਰ ਲੰਘੇ ਆ ਤੇ ਬਿਰਧ ਮਾਤਾ ਉਸ ਸਮੇਂ ਛੋਟੇ ਪੀੜੇ ਤੇ ਬੈਠੀ ਹੋਈ ਸੀ। ਹਜੂਰ ਦਾ ਦਰਸ਼ਨ ਵੇਖਦਿਆਂ ਸਾਰੀ ਉਹਨੂੰ ਸਾਧ ਸੰਗਤ ਜੀ ਸੁੱਧ ਬੋਧੀ ਵਿਸਰ ਗਈ। ਪਤਾ ਨਾ ਲੱਗੇ ਉੱਠ ਕੇ ਸਤਿਕਾਰ ਕਰਾਂ ਕੀ ਕਰਾਂ, ਸਰੀਰ ਸੁੰਨ ਹੋ ਗਿਆ। ਉੱਥੇ ਪੀੜੇ ਤੇ ਪਈ ਹੋਈ ਨੇ ਮਹਾਰਾਜ ਨੂੰ ਡੰਡੌਤ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਾਤਾ ਦੇ ਦਿਲ ਦੀ ਜਾਣਦੇ ਸੀ ਤੇ ਹਜੂਰ ਨੂੰ ਉਹਨੇ ਨਾ ਇਸ਼ਾਰਾ ਹੀ ਕੀਤਾ ਆਪਣੇ ਹੱਥਾਂ ਨਾਲ ਪਲੰਗੇ ਵੱਲ ਨੂੰ। ਸੱਚੇ ਪਾਤਸ਼ਾਹ ਉਸੇ ਹੀ ਪਲੰਗੇ ਤੇ ਸਜੇ ਹੈ ਤੇ ਬਲਾਕੀ ਦਾਸ ਦੀ ਮਾਤਾ ਇੱਕ ਟੱਕ ਮਹਾਰਾਜ ਦੇ ਦਰਸ਼ਨ ਕਰੀ ਜਾਂਦੀ ਹੈ, ਕਿਉਂਕਿ ਦਰਸ਼ਨਾਂ 'ਚ ਪਿਆਸ ਸੀ। ਇੰਨੀ ਬੇਬਲਤਾ ਨਾਲ ਮਹਾਰਾਜ ਨੂੰ ਯਾਦ ਕੀਤਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੀ ਆਸ ਨੂੰ ਪੂਰਿਆ ਕੀਤਾ। ਮਹਾਰਾਜ ਸਾਡੀ ਇਹ ਬੇਨਤੀ ਆਪ ਦੇ ਚਰਨਾਂ ਵਿੱਚ, ਅਸੀਂ ਵੀ ਮਹਾਰਾਜ ਆਪ ਜੀ ਦੀ ਦਰਸ਼ਨ ਦੀ ਪਿਆਸ ਵਾਲੇ ਹੋਈਏ। ਸਾਨੂੰ ਵੀ ਮਹਾਰਾਜ ਆਪ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ, ਕਿਉਂਕਿ ਜਿਹਨੂੰ ਪਿਆਸ ਲੱਗ ਜਾਂਦੀ ਹੈ ਨਾ ਹਜੂਰ ਉਹਨੂੰ ਦਰਸ਼ਨ ਬਖਸ਼ਦੇ ਜ਼ਰੂਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਤਾਂ ਪਿਆਸ ਹੀ ਨਹੀਂ ਨਾ ਅਜੇ ਲੱਗੀ। ਜਦੋਂ ਪਿਆਸ ਲੱਗੇ ਨਾ ਫਿਰ ਨੇਤਰ ਤਰਸਦੇ ਆ ਮਹਾਰਾਜ ਨੂੰ ਵੇਖਣ ਨੂੰ। ਜਿਹਦੇ ਨਾਲ ਪਿਆਰ ਹੋਵੇ ਉਹਦੀ ਇੱਕ ਝਲਕ ਵੇਖਣ ਨੂੰ ਕਿਵੇਂ ਮਨ ਤਰਸਦਾ ਹੈ, ਇਵੇਂ ਸਾਧ ਸੰਗਤ ਜੀ ਮਹਾਰਾਜ ਨਾਲ ਸੱਚਾ ਪਿਆਰ ਕਰਨਾ ਚਾਹੀਦਾ। ਜਿਹੜੇ ਸਤਿਗੁਰੂ ਜੀ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਪਿਆਸ ਲੱਗ ਜਾਂਦੀ ਮਹਾਰਾਜ ਦੇ ਦਰਸ਼ਨਾਂ ਦੀ। ਹਜੂਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ, ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਮਹਾਰਾਜ, ਤੁਹਾਡੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਪਿਆਸ ਲੱਗ ਜਾਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹਿ, ਹੇ ਵਾਹਿਗੁਰੂ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਨਹੀਂ ਹੈ। ਨਾਨਕ ਕੇ ਅਰਦਾਸ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਸਤਿਗੁਰੂ ਜੀ ਕਹਿੰਦੇ ਸਾਡੀ ਇਹ ਅਰਦਾਸ ਹੈ। ਆਸਾੜ ਸੁਹੰਦਾ ਤਿਸ ਲੱਗੈ, ਦੇਖ ਲਓ ਜਿਹਦੇ ਅੰਦਰ ਪ੍ਰੀਤ ਦਾ ਪ੍ਰਵਾਹ ਪੈ ਜਾਂਦਾ ਹੈ ਨਾ ਤੇ ਸਾਧ ਸੰਗਤ ਜੀ ਆਸਾ ਦਾ ਹੜ ਆਇਆ ਤਾਂ ਫਿਰ ਕਿਧਰੇ ਹੀ ਚਲਿਆ ਜਾਂਦਾ ਹੈ। ਕਿੱਥੇ ਆਸਾ ਅੰਦਰ ਵਗ ਰਹੀ ਹੈ, ਕਿੱਥੇ ਪ੍ਰੀਤ ਦਾ ਵੇਗ ਵਗ ਪੈਂਦਾ ਹੈ। ਤੇ ਜਿਹਦੇ ਅੰਦਰ ਪਿਆਰ ਦਾ ਵੇਗ, ਪਿਆਰ ਦਾ ਦਰਿਆ ਚੱਲ ਪੈਂਦਾ ਹੈ ਨਾ, ਮਹਾਰਾਜ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੈ। ਇਹ ਜਿਹੜਾ ਸਾੜਨ ਵਾਲਾ ਮਹੀਨਾ ਹੈ ਨਾ, ਬੜੀ ਜਿਹਦੇ ਅੰਦਰ ਤਪਸ਼ ਪੈਂਦੀ ਹੈ, ਆਸਾ ਦੀ ਤਪਸ਼ ਪੈ ਰਹੀ ਹੈ, ਤ੍ਰਿਸ਼ਨਾ ਭੱਖ ਲਾਉਂਦੀ ਹੈ, ਵਕਾਰ ਤਪਾਉਂਦੇ ਹੈ, ਵਾਸ਼ਨਾ ਤਪਾਉਂਦੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਬੜਾ ਹੀ ਭਾਈ ਸੁਹੰਦਾ ਸੋਭਨੀਕ ਹੋ ਜਾਂਦਾ ਏ। ਜਿਸ ਮਨ ਹਰ ਚਰਨ ਨਿਵਾਸ, ਜਿਸ ਦਾ ਮਨ ਹਰੀ ਦੇ ਚਰਨਾਂ ਵਿੱਚ ਨਿਵਾਸ ਪਾ ਗਿਆ ਹੈ, ਜਿਹਦੇ ਮਨ ਦੇ ਅੰਦਰ ਮਹਾਰਾਜ ਦੇ ਚਰਨ ਵਸ ਗਏ ਆ ਨਾ, ਪਿਆਰ ਹੀ ਜਿਹਦੇ ਅੰਦਰ ਉਮਗ ਪਿਆ ਹੈ, ਸਾਧ ਸੰਗਤ ਜੀ ਉਹਨੂੰ ਇਹ ਕੋਈ ਸੇਕ ਨਹੀਂ ਫਿਰ ਵਿਆਪਦਾ। ਅੰਦਰਲਾ ਸਾਰਾ ਸੇਕ ਦੂਰ ਹੋ ਜਾਂਦਾ ਹੈ, ਬਾਹਰਲਾ ਵੀ ਸੇਕ ਉਹਨਾਂ ਦਾ ਸਾਰਾ ਹੀ ਲੱਥ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ
ਗਰਮੀ ਦੀ ਰੁੱਤ ਦੇ ਸਾਧ ਸੰਗਤ ਜੀ 2 ਮਹੀਨੇ ਕਹੇ ਆ, ਜੇਠ ਅਤੇ ਹਾੜ, ਤੇ ਇਸ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਅਸਾੜ ਲਿਖਿਆ ਸੱਚੇ ਪਾਤਸ਼ਾਹ ਜੀ ਨੇ। ਤੋ ਸਤਿਗੁਰੂ ਜੀ ਨੇ ਇਹਨਾਂ ਦੋਹਾਂ ਮਹੀਨਿਆਂ ਦੀ ਇਹ ਕਿਰਪਾ ਕਰਕੇ ਸੰਪੂਰਨਤਾ ਕਰਾਈ ਹੈ। ਅੱਗੇ ਸਾਧ ਸੰਗਤ ਜੀ ਪਾਵਸ ਰੁੱਤ ਆਰੰਭ ਹੋਣੀ ਹੈ, ਬਰਖਾ ਦੀ ਰੁੱਤ। ਇਹ ਪਹਿਲੀ ਰੁੱਤ ਸੁਣੀ ਸੀ ਬਸੰਤ ਰੁੱਤ, ਹੁਣ ਗਰੀਖਮ ਰੁੱਤ। ਇਹ ਜਿਹੜਾ ਵਿਸਾਖ ਦਾ ਮਹੀਨਾ ਲੰਘਦਿਆਂ ਹੀ ਗਰੀਖਮ ਰੁੱਤ ਸ਼ੁਰੂ ਹੋ ਜਾਂਦੀ ਹੈ, ਜੇਠ ਤੇ ਹਾੜ। ਤੇ ਫਿਰ ਸਾਧ ਸੰਗਤ ਜੀ ਸਾਉਣ ਤੇ ਭਾਦਰੋਂ, ਇਹ 2 ਮਹੀਨੇ ਆਉਣਗੇ। ਸਾਵਣ ਦਾ ਮਹੀਨਾ ਤੇ ਭਾਦਰੋਂ ਦਾ ਮਹੀਨਾ, ਜਿਹਨੂੰ ਮਹਾਰਾਜ ਨੇ ਭਾਦੋਏ ਭਰਮ ਭੁਲਾਣੀਆਂ, ਸਤਿਗੁਰਾਂ ਜੀ ਨੇ ਇਹ ਸ਼ਬਦ ਕਹੇ ਹੈ। ਤੇ ਇਹ 2 ਮਹੀਨੇ ਜਿਹੜੇ ਆ ਨਾ, ਇਹ ਪਾਵਸ ਰੁੱਤ ਦੇ ਆ ਸਾਧ ਸੰਗਤ ਜੀ, ਸਾਵਣ ਦੀ ਰੁੱਤ ਦੇ ਆ। ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ ਕੱਲ ਨੂੰ, ਸੋ ਨਿਯਮ ਮੁਤਾਬਕ ਕਥਾ ਦਾ ਸਮਾਂ ਵੀ ਸਾਰਾ ਹੀ ਜਿਹੜਾ ਹੈ ਉਹ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਸੇਵਾ ਵਿੱਚ ਉਹ 15 ਮਿੰਟ ਦਾ ਫਰਕ ਪੈਂਦਾ ਹੁੰਦਾ ਹੈ ਰੁੱਤ ਦੇ ਮੁਤਾਬਕ। ਤੇ ਕੱਲ ਨੂੰ 7:30 ਤੋਂ 8:30 ਵਜੇ ਤੱਕ ਕਥਾ ਦਾ ਸਮਾਂ ਜਿਹੜਾ ਹੈ ਉਹ ਨਵੇਂ ਸਮੇਂ ਮੁਤਾਬਕ ਹੋਵੇਗਾ। ਤੋ ਆਓ ਪਿਆਰ ਦੇ ਨਾਲ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹਿ, ਨਾਨਕ ਕੇ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ।